ਪੋਲੀਟੀਸ਼ੀਅਨ ਪੋਲਿਟਿਕਸ ਕਰਨ ਤੋਂ ਇਨਕਾਰੀ ਹੈ। ਸਿਆਸਤਦਾਨ ਸਿਆਸਤ ਨਹੀਂ ਕਰ ਰਿਹਾ, ਉਹ ਕੇਵਲ ਰਾਜ ਕਰਨਾ ਚਾਹ ਰਿਹਾ। ਕਿ ਇਹ ਗੱਲ ਮੈਨੂੰ ਵੀ ਲੱਗਦੀ ਹੈ ਕਿ ਹੁਣ ਵਾਲੀ ਸਰਕਾਰ ਜਿੰਨੀਆਂ ਹੀ ਇਹਦੇ ਤੋਂ ਉਮੀਦਾਂ ਉਨੀ ਹੀ ਕਮਜ਼ੋਰ ਸਰਕਾਰ ਹੈ। ਜੇ ਉਹ ਅਸਫਲ ਦਿਖਾਈ ਦਿੰਦੀ ਹੁੰਦੀ ਹੈ, ਕਈ ਵਾਰ ਅਮਨ ਕਾਨੂੰਨ ਦੇ ਮਾਮਲੇ 'ਚ ਅਸਫਲ ਦਿਖਾਈ ਦਿੰਦੀ ਹੈ, ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਡੀਲ ਕਰਨ 'ਚ ਅਸਫਲ ਦਿਖਾਈ ਦਿੰਦੀ ਹੈ, ਤਾਂ ਇੱਥੇ ਬੜੀ ਵਾਰੀ ਪਹਿਲਾਂ ਕਾਂਗਰਸ ਨੇ 356 ਲਾਈਆਂ ਨੇ, ਗਵਰਨਰ ਰੂਲ ਲੱਗ ਜਾਂਦਾ ਹੈ। ਕਿਉਂਕਿ ਲੋਕਾਂ ਨੂੰ ਇੱਕ ਤੇ ਪਤਾ ਲੱਗ ਗਿਆ, ਜਿਹੜਾ ਵਿਸ਼ਵਾਸ ਆ ਗਿਆ ਲੋਕਾਂ ਨੂੰ ਕਿ ਆਹ ਜਿਹੜੇ ਟੋਲੇ ਰਾਜਨੀਤਿਕ ਲੋਕਾਂ ਦੇ ਫਿਰਦੇ ਆ, ਇਹ ਸਾਡੇ ਕੰਮ ਦੇ ਨਹੀਂ ਹੈ। ਬਿਲਕੁਲ ਇਨਸਾਨੀ ਕਦਰਾਂ ਕੀਮਤਾਂ ਹੁੰਦੀਆਂ ਨੇ, ਉਹ ਗਾਇਬ ਨੇ। ਅਸੀਂ ਹਰ ਇੱਕ ਨੂੰ ਵੋਟ ਬੈਂਕ ਦਾ ਜ਼ਰੀਆ ਬਣਾ ਲਿਆ। ਸਾਡੀ ਡੈਮੋਕ੍ਰੇਸੀ ਤੇ ਸਾਡੀ ਅਕਲ ਪਾਵਰ ਤੱਕ ਸਿਮਟ ਗਈ ਹੈ। ਪਿੰਡਾਂ ਦੇ ਸਾਦੇ ਲੋਕ ਉਹ ਇੱਕ ਗੱਲ ਜਾਣਦੇ ਨੇ ਕਿ ਸਾਡੇ ਘਰਾਂ 'ਚ ਪਾਣੀ ਆਉਂਦੇ, ਇਹਦੇ 'ਚੋਂ ਬਦਬੂ ਆਉਂਦੀ ਹੈ। ਤੁਹਾਨੂੰ ਦਿੱਲੀ 'ਚ ਬੈਠ ਕੇ NGT ਨੂੰ ਪਤਾ ਲੱਗ ਜਾਂਦਾ ਵੀ ਇੱਥੇ ਸਭ ਠੀਕ ਹੈ। ਅਸਰਸ਼ਨ ਹੈ ਹੀ ਨਹੀਂ। ਮੌਜਾਂ ਲੱਗੀਆਂ ਬਿਊਰੋਕਰੇਸੀ ਦੀਆਂ ਤੇ ਪੁਲਿਸ ਦੀਆਂ। ਮੈਨੂੰ ਰੋਜ਼ ਫੋਨ ਆਉਂਦੇ ਆ, ਕਹਿੰਦੇ ਜੀ ਜਿਹੜਾ ਸਾਡਾ 1000 ਰੁਪਏ ਨਾਲ ਕੰਮ ਹੁੰਦਾ ਸੀ ਉਹ 2 ਨਾਲ ਹੋਣ ਲੱਗ ਪਿਆ। ਅਖਾੜੇ ਦੇ ਵਿੱਚ ਤਕੜਾ ਜਿਹਾ ਪਹਿਲਵਾਨ ਉਤਰਿਆ ਹੋਵੇ ਤੇ ਚੂਹੇ ਤੋਂ ਡਰੀ ਕਿਉਂ ਜਾਂਦਾ, ਉਹ ਗੱਲ ਉਹ ਸਮਝਣ ਵਾਲੀ। 117 ਵਿੱਚੋਂ 92 MLA ਵਾਲੀ ਸਰਕਾਰ ਨੂੰ ਗਵਰਨਰ ਪੱਟ ਤੇ ਥਾਪੀ ਮਾਰ ਕੇ ਬਾਰ-ਬਾਰ ਚੈਲੰਜ ਕਰ ਰਿਹਾ ਹੈ। ਪੰਜਾਬ ਨੂੰ ਜੇਕਰ ਅੱਜ ਕੱਲ੍ਹ ਧਰਨਿਆਂ ਦੀ, ਰੋਸ ਮੁਜ਼ਾਹਰਿਆਂ ਦੀ, ਪ੍ਰਦਰਸ਼ਨਾਂ ਦੀ ਧਰਤੀ ਕਿਹਾ ਜਾਵੇ ਤਾਂ ਮੇਰੇ ਖਿਆਲ ਹੈ ਕੋਈ ਅਤਕਥਨੀ ਗੱਲ ਨਹੀਂ। ਅੱਜ ਹੀ ਜੇਕਰ ਆਪਾਂ ਦੇਖੀਏ, ਕੁਝ ਦਿਨਾਂ ਤੋਂ ਬਹਿਬਲ ਕਲਾਂ ਨੈਸ਼ਨਲ ਹਾਈਵੇ ਨੰਬਰ 54 ਉਹ ਜਾਮ ਕਰਨ ਦਾ ਉਹਨਾਂ ਨੇ ਹੁਕਮ ਆਰਡਰ ਦਿੱਤਾ। ਅੱਜ ਇੱਕ ਪਾਸਾ ਤਾਂ ਖੋਲ੍ਹਤਾ, ਉਹ ਵੀ ਕਿਉਂਕਿ ਸਾਹਿਬਜ਼ਾਦਿਆਂ ਦਾ ਉਹ ਚੱਲ ਰਿਹਾ ਇੱਕ ਉਸ ਗੱਲ ਨੂੰ ਰੱਖ ਕੇ ਲੋਕਾਂ ਨੂੰ ਕੋਈ ਜਾਣ ਆਉਣ ਦਾ ਨਹੀਂ, ਪਰ ਸਰਕਾਰ ਨੂੰ ਹੋਰ ਸਮਾਂ ਦੇਣ ਲਈ ਉਹ ਨਹੀਂ ਹੈ ਤਿਆਰ, ਕਿਉਂਕਿ ਇਨਸਾਫ ਨਹੀਂ ਦਿੱਤਾ। ਇਸੇ ਤਰ੍ਹਾਂ ਜੀਰੇ ਚੱਲ ਰਿਹਾ ਲਗਭਗ 5 ਮਹੀਨਿਆਂ ਤੋਂ 146 ਦਿਨ ਹੋ ਗਏ ਨੇ। 146 ਦਿਨ ਤੋਂ ਬਾਅਦ ਹੁਣ ਪੁਲਿਸ ਉੱਥੇ ਬਹੁਤ ਲਾਈ ਹੋਈ ਹੈ। ਇੱਕ ਚਿੱਠੀ ਤੁਰੀ ਫਿਰਦੀ ਹੈ, ਉਹ ਚਿੱਠੀ 'ਚ ਕਹਿੰਦੇ ਨੇ ਕਿ ਲਗਭਗ 44 ਜਿਹੜੇ ਗਜ਼ਟਡ ਆਫੀਸਰ ਨੇ ਪੁਲਿਸ ਵਾਲੇ, ਜਿਹਦੇ 'ਚੋਂ 14 ਦੇ ਕਰੀਬ SP ਤੇ SSP ਤੇ 30 ਦੇ ਕਰੀਬ DSP, ਉਹਨਾਂ ਨਾਲ ਮੈਜਿਸਟਰੇਟ ਮੰਗੇ ਗਏ ਨੇ। ਉਨੇ ਹੀ ਜਦੋਂ ਪਿੰਡਾਂ ਦੇ ਵਿੱਚ ਘੇਰਾਬੰਦੀ ਕਰਕੇ ਧਰਨਾ ਉੱਠੇ ਆ ਇਸ ਲੈਵਲ 'ਤੇ। ਇੱਧਰ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਟੋਲ ਪਲਾਜ਼ੇ ਘੇਰ ਰੱਖੇ ਨੇ 18, ਕਿ ਟੋਲ ਪਲਾਜ਼ਿਆਂ ਤੋਂ ਅਸੀਂ ਫ੍ਰੀ ਕਰਤੇ 1 ਮਹੀਨੇ ਦੇ ਲਈ ਤੇ ਇਹ ਨਹੀਂ ਚੱਲਣ ਦੇਣੇ। ਤੇ ਇਹ ਸਾਰੇ ਮਾਹੌਲ ਦੇ ਵਿੱਚ ਤਾਂ ਸਰਕਾਰ ਕਿਤੇ ਨਜ਼ਰ ਦਿਖਾਈ ਨਹੀਂ ਦੇ ਰਹੀ, ਨਾ ਤਿੰਨਾਂ ਨਾਲ ਕੋਈ ਤਾਂ ਗੱਲਬਾਤ 'ਚ ਦਿਖਾਈ ਦੇ ਰਹੀ ਹੈ, ਨਾ ਤਿੰਨਾਂ ਨਾਲ ਕਿਤੇ ਹੋਰ। ਇਦੋਂ ਪਹਿਲਾਂ ਦੇ ਕੇਸ ਚੱਲਦੇ ਨੇ ਬਹੁਤ ਜ਼ਿਆਦਾ ਪੁਰਾਣੇ, ਸਭ ਨੇ ਐਲਾਨ ਕੀਤੇ ਹੋਏ ਸੀ ਇਹਨਾਂ ਧਰਨਿਆਂ ਦੇ। ਇਹ ਇੰਨਾ ਲੰਮਾ ਕਿਉਂ ਚੱਲ ਜਾਂਦੇ ਨੇ ਧਰਨੇ, ਜਾਂ ਇੰਨੇ ਨਿਪਟਾਏ ਕਿਉਂ ਨਹੀਂ ਜਾ ਸਕੇ, ਜਾਂ ਕੋਈ ਗੱਲਬਾਤ ਕਿਉਂ ਨਹੀਂ ਕਿਸੇ ਸਿਰੇ ਚੜ੍ਹ ਰਹੀ? ਇਹਦੇ ਪਿੱਛੇ ਰੀਜਨ ਕੀ ਦੇਖ ਰਹੇ ਹੋ? ਹਮੀਰ ਜੀ, ਜੇ ਤੁਸੀਂ ਮੈਨੂੰ ਥੋੜ੍ਹਾ ਟਾਈਮ ਦਿਓ ਇਹਦੇ ਬਾਰੇ, ਮੈਨੂੰ ਇੰਝ ਲੱਗਦਾ ਤੁਸੀਂ ਬੜੀ ਸੋਹਣੀ ਗੱਲ ਸ਼ੁਰੂਆਤ ਕੀਤੀ ਹੈ। ਸਾਡੀ ਧਰਤੀ 'ਤੇ ਰੋਸ, ਤੇ ਇਕੱਲਾ ਰੋਸ ਹੀ ਨਹੀਂ, ਰਜਿਸਟਰ ਹੀ ਨਹੀਂ ਕਰਾਉਣਾ। ਉਹਦੇ ਲਈ ਜੇ ਤੁਹਾਨੂੰ ਲੱਗੇ ਕਿ ਯਾਰ ਵਾਕਈ ਬਹੁਤ ਧੱਕਾ, ਤੇ ਉਹਦੇ ਲਈ ਡਾਂਗ ਸੋਟਾ ਵੀ ਚਲਾਉਣਾ, ਜਿਹਨੂੰ ਖੰਡਾ ਖੜਕਾਉਣਾ ਕਹਿੰਦੇ। ਇਹ ਸਾਡੇ ਗੁੜਤੀ 'ਚ ਸਾਨੂੰ ਮਿਲਦਾ, ਸਾਡੇ ਖੂਨ 'ਚ ਜਿਹਨੂੰ ਕਹਿ ਲੈਂਦੇ, ਸਾਡੇ ਸੱਭਿਆਚਾਰ ਦਾ ਹਿੱਸਾ ਹੈਗਾ। ਉੱਥੇ ਜਦੋਂ ਸਾਡੀ ਬਚਪਨ ਤੋਂ ਹੀ ਟ੍ਰੇਨਿੰਗ ਹੀ ਇਹੋ ਜਿਹੀ ਹੈ, ਤੇ ਕੁਦਰਤੀ ਆ ਉਹਦੀ ਕਲਮੀਨੇਸ਼ਨ ਹੀ ਆ ਜਿਹੜਾ ਕਿਸਾਨਾਂ ਦਾ ਐਡਾ ਵੱਡਾ ਹਾਰਡ ਤੇ ਸੰਘਰਸ਼। ਕਿਸੇ ਵੀ ਲੋਕਾਂ ਨੂੰ, ਸਧਾਰਨ ਤੋਂ ਸਧਾਰਨ ਲੋਕਾਂ ਨੂੰ ਤੁਸੀਂ 13 ਮਹੀਨੇ ਲਗਾਤਾਰ ਭਾਸ਼ਣ ਦੇਈ ਜਾਓ, ਭਈ ਤੁਹਾਡੇ ਨਾਲ ਧੱਕਾ, ਤੁਹਾਡੇ ਨਾਲ ਪਾਰਟੀਆਂ ਬੇਈਮਾਨ ਆ, ਅਸੀਂ ਇੱਥੇ ਵੜਨ ਨਹੀਂ ਦੇਣਾ, ਅਸੀਂ ਇਨਸਾਫ ਲੈਣਾ, ਅਸੀਂ ਆਹ ਕਰਨਾ। ਰੋਜ਼ ਬੋਲਦੇ ਸੀ, 3-4 ਘੰਟੇ ਲੋਕ ਸੁਣਦੇ ਸੀ, ਬਦਲ ਕੇ ਸੁਣਦੇ ਸੀ, ਸਾਰਾ ਪੰਜਾਬ ਸੁਣ ਕੇ। ਸਾਨੂੰ ਉਦੋਂ ਹੀ ਲੱਗਾ ਸੀ ਵੀ ਇਹ ਮੂਵਮੈਂਟ ਕਦੀ ਹਾਰ ਸਕਦੀ ਹੀ ਨਹੀਂ, ਵੀ ਮੰਗਾਂ ਨਾਮ ਹੀ ਮੰਨੀਆਂ ਜਾਣ ਭਾਵੇਂ। ਉਹ ਇਸ ਕਰਕੇ ਨਹੀਂ ਕਿ ਜਿਹੜਾ ਆਹ ਰਾਜਨੀਤਿਕ ਇੱਕ ਨਸ਼ਾ, ਸ਼ਕਤੀ ਦਾ ਨਸ਼ਾ, ਇੱਕ ਆਪਣੇ ਏਕੇ ਦਾ ਨਸ਼ਾ ਉੱਥੇ ਜਿਹੜਾ ਪੈਦਾ ਹੋ ਗਿਆ, ਤੇ ਇਹ ਜਦੋਂ ਘਰਾਂ 'ਚ ਵੀ ਜਾਣਗੇ ਟਿਕਣਗੇ ਥੋੜ੍ਹੀ। ਹੁਣ ਇਹ ਤਾਂ ਕੁਛ ਕਰਨਗੇ। ਤੇ ਜਿਹੜੀ ਤੁਸੀਂ ਅੱਜ ਗੱਲ ਛੇੜੀ ਹੈ, ਭਾਵੇਂ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਭਾਵੇਂ ਉਹ ਜੀਰੇ ਵਾਲੇ ਆ, ਤੇ ਭਾਵੇਂ ਬਰਗਾੜੀ ਵਾਲੇ, ਇਹ ਸਾਰੇ ਬੇਸਿਕਲੀ ਕਿਸਾਨ ਜਾਂ ਕਿਸਾਨਾਂ ਦੇ ਕੋਈ ਨੇੜੇ ਤੇੜੇ ਦੇ ਲੋਕ ਹੈਗੇ ਆ। ਔਰ ਉਹਨਾਂ ਦਾ ਅਸਲੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਅੰਦਰ ਕਿਸੇ ਦਾ ਧਰਮ ਦੇ ਨਾਂ ਦੇ ਉੱਤੇ ਇਨਸਾਫ ਨਹੀਂ ਹੋ ਰਿਹਾ, ਕਿਸੇ ਦਾ ਕਿਸਾਨੀ ਦੇ ਨਾਂ ਦੇ ਉੱਤੇ ਇਨਸਾਫ ਨਹੀਂ ਹੋ ਰਿਹਾ, ਕਿਸੇ ਦਾ ਪੋਲਿਊਸ਼ਨ ਦਾ ਜਿਹੜਾ ਜੀਰੇ ਵਾਲਿਆਂ ਦਾ ਉਹਨਾਂ ਦਾ ਹੈ। ਅਤੇ ਇਹ ਗੱਲ ਵੀ ਜਿਹੜਾ ਤੁਸੀਂ ਸਵਾਲ ਆਪਣੀ ਇੰਟਰੋ 'ਚ ਫਾਰਮੂਲੇਟ ਕੀਤਾ, ਕਿ ਇਹ ਗੱਲ ਮੈਨੂੰ ਵੀ ਲੱਗਦੀ ਹੈ ਕਿ ਹੁਣ ਵਾਲੀ ਸਰਕਾਰ ਜਿੰਨੀਆਂ ਹੀ ਇਹਦੇ ਤੋਂ ਉਮੀਦਾਂ ਉਨੀ ਹੀ ਕਮਜ਼ੋਰ ਸਰਕਾਰ ਆ।
ਅਸਰਸ਼ਨ ਹੈ ਹੀ ਨਹੀਂ। ਮੌਜਾਂ ਲੱਗੀਆਂ ਬਿਊਰੋਕਰੇਸੀ ਦੀਆਂ ਤੇ ਪੁਲਿਸ ਦੀਆਂ। ਮੈਨੂੰ ਰੋਜ਼ ਫੋਨ ਆਉਂਦੇ ਆ, ਕਹਿੰਦੇ ਜੀ ਜਿਹੜਾ ਸਾਡਾ 1000 ਰੁਪਈਏ ਨਾਲ ਕੰਮ ਹੁੰਦਾ ਸੀ ਉਹ 2 ਨਾਲ ਹੋਣ ਲੱਗ ਪਿਆ, ਤੇ ਤੰਗ ਵਾਧੂ ਕਰਦੇ ਆ। ਨਾਲੇ ਸਾਨੂੰ ਨਾਲੇ ਧਮਕੀ ਦਿੰਦੇ ਆ ਕਿ ਦੇਖੋ ਜੀ ਹੁਣ ਨਹੀਂ ਕਰਪਸ਼ਨ ਚੱਲ ਸਕਦੀ, ਇਹ ਕੇਜਰੀਵਾਲ ਦੀ ਸਰਕਾਰ ਆ, ਤੇ ਨਾਲੇ ਦੁੱਗਣਾ ਰੇਟ ਵੀ ਦੁੱਗਣਾ ਹੋ ਗਿਆ। ਇਹ ਹਾਲਾਤ ਧਰਾਤਲ ਦੀ ਹੈ। ਜਾਣੀ ਸਰਕਾਰ ਜਿਹਨੂੰ ਅਸਲ ਮਾਨਿਆਂ 'ਚ ਆਪਾਂ 92 ਲੋਕਾਂ ਨੂੰ ਜਿਨ੍ਹਾਂ ਨੇ ਚੁਣੇ ਹੋਏ ਆ ਉਹਨਾਂ ਨੂੰ ਤੇ ਆਪੋਜੀਸ਼ਨ ਵਿੱਚ ਹੀ ਹੁੰਦੀ ਆ ਵੈਸੇ ਤੇ ਸਰਕਾਰ ਦੇ, ਪਰ ਚਲੋ ਉਹਨਾਂ ਨੂੰ ਜੇ 92 ਨੂੰ ਵੀ ਕਹੀਏ। ਕਿਸੇ ਨੇ ਕਿਹਾ ਮੈਨੂੰ, ਬੀਜੇਪੀ ਦਾ ਲੀਡਰ, ਬਾਕੀ ਤੇ ਐਸਪੀ ਸਿੰਘ ਜੀ ਦੱਸ ਦੇਣਗੇ, ਮੈਨੂੰ ਕਹਿੰਦਾ ਮੈਂ ਕਿਸੇ ਨੂੰ ਕਿਹਾ ਆਹ ਜਿਹੜੀ ਸਰਕਾਰ ਬਾਰੇ ਕਿੰਨੀ ਖੋਖਲੀ ਆ, ਕਹਿੰਦਾ ਆਹ ਜਿਹੜੇ ਬੀਜੇਪੀ ਦੇ ਦਫ਼ਤਰ ਦੇ ਵਿੱਚ ਉਹ ਗਿਆ ਚੰਡੀਗੜ੍ਹ 'ਚ, ਪੰਜਾਬ ਦੇ ਦਫ਼ਤਰ, ਕਹਿੰਦਾ ਕੰਪਿਊਟਰ ਬੰਦ ਕਰਕੇ ਜੇ ਕੋਈ ਵੀ ਬੰਦਾ ਤੁਹਾਡੇ ਇਹਨਾਂ ਲੀਡਰਾਂ 'ਚੋਂ 10 MLA ਦੇ ਨਾਂ ਦੱਸ ਦੇ ਵੀ ਜਿਹੜੇ ਪੰਜਾਬ ਦੇ ਚੁਣੇ ਹੋਇਆ, ਕਹਿੰਦਾ ਮੈਂ ਤੁਹਾਡੀ ਲੱਤ ਨੇ ਹੁਣੇ ਨਿਕਲਣ ਲਈ ਤਿਆਰ ਆ। ਅੱਜ ਜਿੱਦਣ ਉਹਨਾਂ ਦਾ ਇੰਚਾਰਜ ਨਹੀਂ ਆਇਆ ਉੱਥੇ ਦਾ, ਉਹ ਗੁਜਰਾਤ ਵਾਲਾ ਨਵਾਂ ਬੀਜੇਪੀ ਦਾ ਬਣਿਆ ਵਿਜੇ ਰੂਪਾਨੀ, ਹਾਂ ਰੂਪਾਨੀ, ਉਹਨੂੰ ਉਹ ਬੰਦਾ ਐਡਰੈਸ ਕਰ ਰਿਹਾ, ਕਹਿੰਦਾ ਹਾਲਤ ਇੱਥੇ ਦੀ ਸਾਡੀ ਪੰਜਾਬ ਦੀ। ਐਸਪੀ ਸਿੰਘ ਜੀ, ਇਹ ਤਾਂ ਧਰਨਿਆਂ ਦਾ ਸਵਾਲ ਹੈ। ਧਰਨੇ ਤਾਂ ਚੱਲ ਹੀ ਰਹੇ ਨੇ, ਵਿਜੀਬਲ ਨੇ, ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਤਾਂ ਵਿਜੀਬਲ ਨੇ। ਕਈ ਮਜ਼ਦੂਰ ਵਿਚਾਰੇ 2 ਦਿਨ ਲਾ ਕੇ ਹਟ ਜਾਂਦੇ ਨੇ, ਉਹਨਾਂ ਦੀ ਸੁਣਵਾਈ ਨਹੀਂ ਹੈ, ਜਾਂ ਬਾਕੀ ਦੇ ਲੋਕ ਜਿਹੜੇ ਇੰਨਾ ਲੰਮਾ ਨਹੀਂ ਦੇ ਸਕਦੇ। ਨਾਲ ਪ੍ਰੈਕਟੀਕਲ ਹੋਰ ਦਿੱਕਤਾਂ ਵੀ ਨੇ। ਚਿੱਠੀ ਪੱਤਰ ਕਰਨਾ ਹੋਵੇ, ਚਾਹੇ ਗਵਰਨਰ ਨੂੰ, ਚਾਹੇ ਕਿਸੇ ਹੋਰ ਮਾਮਲੇ ਨੂੰ ਸੁਲਝਾਉਣਾ ਹੋਵੇ, ਇਹ ਕਿਉਂ ਆਏ ਨਜ਼ਰ ਆਉਂਦੇ ਨੇ ਕਿ ਇੱਕ ਸਮੱਸਿਆ ਸੁਲਝਾਉਂਦੇ ਸਗੋਂ ਹੋਰ ਉਲਝ ਜਾਂਦੀ ਹੈ। ਮੈਨੂੰ ਲੱਗਦਾ ਇੱਕ ਤਾਂ ਸਾਨੂੰ ਤਫਰੀਕ ਕਰ ਲੈਣੀ ਚਾਹੀਦੀ ਹੈ। ਅਲੱਗ-ਅਲੱਗ ਕਿਸਮ ਦੇ ਜਿਹੜੇ ਮੁਹਾਜ਼ ਪੰਜਾਬ ਦੇ ਲੋਕਾਂ ਨੇ ਖੋਲ੍ਹੇ ਹੋਏ ਨੇ, ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ, ਉਹ ਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਰੇਖਾਂਕਿਤ ਕਰ ਹੀ ਦਿੱਤੀਆਂ ਨੇ, ਤੇ ਉਹ ਬਕਾਇਦਾ ਉਹ ਇੱਕ ਕਾਮਨ ਵਿਸ਼ੇ ਵੀ ਨੇ। ਔਰ ਇਹਨਾਂ ਨੇ ਕਿਹਾ ਕੁਝ ਧਰਮ ਦੇ ਨਾਮ 'ਤੇ ਨੇ, ਕੁਝ ਐਡਮਿਨਿਸਟ੍ਰੇਟਿਵ ਇਸ਼ੂਜ਼ ਨੇ। ਜਿਹੜਾ ਬਹਿਬਲ ਕਲਾਂ ਦਾ ਮੋਰਚਾ ਹੈ, ਜਿਸ ਵੇਲੇ ਡੈਮੋਕ੍ਰੈਟਿਕ ਨੋਰਮਸ ਅਨੁਸਾਰ ਤੁਸੀਂ ਜਸਟਿਸ ਡਿਸਪੈਂਸਿੰਗ ਸਿਸਟਮ ਨਹੀਂ ਚਲਾਉਂਦੇ, ਨਿਆਂ ਦੀ ਵੈਂਡਿੰਗ ਮਸ਼ੀਨ ਤੁਹਾਡੀ ਬੰਦ ਪਈ ਹੋਈ ਹੈ, ਉਹਦੇ 'ਚੋਂ ਨਹੀਂ ਇਨਸਾਫ ਨਿਕਲ ਰਿਹਾ, ਤਾਂ ਪਛਾਣ ਦੀ ਰਾਜਨੀਤੀ ਜਿਹੜੀ ਹੈ ਉਹ ਹਮੇਸ਼ਾ ਫਿਰ ਹਾਵੀ ਹੋਵੇਗੀ। ਜਦੋਂ ਤੁਸੀਂ ਆਇਡੈਂਟੀਟੀ ਦੇ ਮੁੱਦੇ ਚਲਾਓਗੇ ਤਾਂ ਉਹਨਾਂ ਮੁੱਦਿਆਂ ਨੂੰ ਹਵਾ ਵੀ ਮਿਲੇਗੀ, ਉਹਦੇ ਨਾਲ ਲੋਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਨੇ, ਉਹਦੇ ਨਾਲ ਇਸ ਖਿੱਤੇ ਦੇ ਵਿੱਚ ਜਿਸ ਧਰਮ ਦਾ ਬੋਲਬਾਲਾ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਤੇ ਉਹ ਬਿਲੀਵਰ ਜਿਹੜਾ ਉਹ ਉਹਨਾਂ ਚੀਜ਼ਾਂ 'ਚੋਂ ਦਿਖਦਾ ਹੈ। ਪੰਜਾਬ ਦੇ ਵਿੱਚ ਪਹਿਲਾਂ ਇੱਕ ਲੰਬੇ ਸਮੇਂ ਤੋਂ ਸੱਤਾਧਾਰੀ ਰਹੀ ਪਾਰਟੀ ਨੇ ਇਹਦੀ ਵਡੇਰੀ ਕੀਮਤ ਚੁਕਾਈ ਹੈ। ਉਹ ਗੁੱਸਾ ਅਸੀਂ ਉਹਨੂੰ ਉਸ ਖਾਤੇ ਲਿਖ ਦਿੰਦੇ ਹਾਂ ਕਿ ਲੋਕ ਬੇਅਦਬੀ ਦੇ ਮੁੱਦਿਆਂ ਤੋਂ ਇੰਨੇ ਦੁਖੀ ਸਨ ਕਿ ਅਕਾਲੀ ਦਲ ਦੇ ਵਿਰੁੱਧ ਭੁਗਤੇ। ਦਰਅਸਲ ਲੋਕ ਬਹੁਤ ਕੁਝ ਤੋਂ ਦੁਖੀ ਸਨ, ਤੇ ਬੇਅਦਬੀ ਵਾਲੇ ਘਟਨਾਕ੍ਰਮ ਨੇ ਇੱਕ ਉਹੋ ਜਿਹਾ ਵੀਕ ਲਿੰਕ ਦੇ ਦਿੱਤਾ ਜਿੱਥੇ ਸਭਨਾਂ ਦਾ ਗੁੱਸਾ ਤੇ ਰੋਸਾ ਇਕੱਠਾ ਆ ਪਿਆ, ਕਿਉਂਕਿ ਉਹ ਇੱਕ ਕਾਮਨ ਕਾਜ਼ ਬਣ ਜਾਂਦਾ ਜਿਸ ਵੇਲੇ ਤੁਸੀਂ ਇੰਨਾ ਸੈਂਸਿਟਿਵ ਮੁੱਦਾ ਲੈ ਆਉਂਦੇ ਹੋ ਤੇ ਆਇਡੈਂਟੀਟੀ ਪੋਲਿਟਿਕਸ ਨਾਲ ਜੁੜਿਆ। ਦੂਸਰੀ ਜਿਹੜੀ ਜ਼ੀਰਾ ਦੀ ਸ਼ੂਗਰ ਮਿਲ ਦੇ ਲਿਕਰ ਫੈਕਟਰੀ ਦੇ ਬਾਹਰ ਜਿਹੜਾ ਧਰਨਾ ਲੱਗਿਆ, ਇਹ ਡੈਮੋਕ੍ਰੇਸੀ ਦਾ ਹੁਸਨ ਇਖਲਾਕ ਹੈ। ਦਰਅਸਲ ਉੱਥੇ ਜੋ ਲੋਕ ਕਰ ਰਹੇ ਨੇ ਉਹ ਸਿਆਸਤਦਾਨਾਂ ਦਾ ਕੰਮ ਸੀ, ਉਹ ਪੋਲਿਟਿਕਸ ਦਾ ਫੇਲੀਅਰ ਹੈ। ਤੇ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਕਿ ਲੋਕਾਂ ਨੇ ਡੈਮੋਕ੍ਰੇਸੀ ਦੇ ਵਿੱਚ ਨਿਆਂ ਕਿਸ ਤਰ੍ਹਾਂ ਮੰਗਣਾ, ਆਪਣੀ ਗੱਲ ਨੂੰ ਆਰਟੀਕੂਲੇਟ ਕਿਸ ਤਰ੍ਹਾਂ ਕਰਨਾ, ਉਹ ਕਾਫੀ ਕੰਪਲੈਕਸ ਮੁੱਦਾ ਜੇ ਤੁਸੀਂ ਕਿਸੇ ਨੂੰ ਸਮਝਾਉਣ ਲੱਗੋ। ਉਹਦੇ ਵਿੱਚ ਇੰਨੀ ਸਾਇੰਸ ਇਨਵੋਲਵਡ ਹੈ, ਇੰਨੀ ਟੈਕਨੋਲੋਜੀ ਇਨਵੋਲਵਡ ਹੈ, ਬੋਰ ਕਿੱਥੇ ਤੱਕ ਜਾਏਗਾ, ਗਰਾਊਂਡ ਵਾਟਰ ਕਿਸ ਕਿਸਮ ਦਾ ਹੈ, ਉੱਥੋਂ ਦੀ ਸੋਇਲ ਦੀ ਸੈਡੀਮੈਂਟੇਸ਼ਨ ਲੈਵਲ ਕਿੱਦਾਂ ਦਾ ਹੈ, ਉਹਨਾਂ ਪਾਰਟੀਕੂਲਰ ਕੈਮੀਕਲਸ ਨੂੰ ਉੱਥੋਂ ਦੀ ਜਿਹੜੀ ਮਿੱਟੀ ਆ ਉਹ ਕਿਵੇਂ ਜਜ਼ਬ ਕਰ ਲੈਂਦੀ ਹੈ, ਕਿੰਨੀ ਦੇਰ ਦੇ ਵਿੱਚ ਉਹ ਡਿਸਇੰਟੈਗਰੇਟ ਹੋ ਜਾਂਦੇ ਨੇ, ਇਸ ਕਰਕੇ ਉਹ ਲੈਬੋਰਟਰੀ ਦੀਆਂ ਟੈਸਟ ਰਿਪੋਰਟ ਵਿੱਚ ਨਹੀਂ ਆਉਂਦੇ, ਉਹ ਫੈਕਟਰੀ ਕਦੋਂ ਤੋਂ ਬੰਦ ਹੈ। ਇਹ ਕਿੰਨੇ ਕੰਪਲੈਕਸ ਇਸ਼ੂ ਸੀਗੇ। ਇਹਦੇ 'ਚ ਹਾਈ ਲੈਵਲ ਦਾ ਸਕਿੱਲ ਮੈਨੇਜਮੈਂਟ ਚਾਹੀਦੀ ਸੀਗੀ, ਐਡਮਿਨਿਸਟ੍ਰੇਸ਼ਨ ਦੇ ਰਿਸਪੌਂਸ ਚਾਹੀਦੇ ਸੀਗੇ, ਉਹ ਸਾਰਾ ਕੁਝ ਨਹੀਂ ਮਿਲਦਾ। ਤੁਸੀਂ ਦੇਖੋ ਲੋਕਾਂ ਨੂੰ ਕੀ ਕੁਝ ਸਿੱਖਣਾ ਪਿਆ, ਇਹ ਉਹਨਾਂ ਦਾ ਕੰਮ ਨਹੀਂ ਸੀਗਾ ਇੰਨੀ ਟੈਕਨੋਲੋਜੀ ਨੂੰ ਸਿੱਖਣਾ। ਪਿੰਡਾਂ ਦੇ ਸਾਦੇ ਲੋਕ ਉਹ ਇੱਕ ਗੱਲ ਜਾਣਦੇ ਨੇ ਕਿ ਸਾਡੇ ਘਰਾਂ 'ਚ ਪਾਣੀ ਆਉਂਦੇ, ਇਹਦੇ 'ਚੋਂ ਬਦਬੂ ਆਉਂਦੀ ਹੈ, ਤੁਹਾਨੂੰ ਦਿੱਲੀ 'ਚ ਬੈਠ ਕੇ NGT ਨੂੰ ਪਤਾ ਲੱਗ ਜਾਂਦਾ ਵੀ ਇੱਥੇ ਸਭ ਠੀਕ ਹੈ। ਮਤਲਬ ਅਨਪੜ੍ਹ ਲੋਕ ਪੜ੍ਹਿਆ ਲਿਖਿਆ ਨੂੰ ਪ੍ਰੋਫੈਸਰਾਂ ਵਾਂਗ ਸਮਝਾ ਰਹੇ ਨੇ ਕਿ ਮੂਰਖੋ ਸਾਡੀ ਕਲਾਸ 'ਚ ਬੈਠੋ, ਇੱਧਰੋਂ ਅਕਲ ਲਵੋ। ਇਹ ਜਿਹੜਾ ਅਕਲ ਦਾ ਪੁੱਠਾ ਵਰਤਾਅ ਤੁਰਿਆ, ਇਹ ਡੈਮੋਕ੍ਰੇਸੀ ਦਾ ਹੁਸਨ ਇਖਲਾਕ ਹੈ। ਰਹੀ ਗੱਲ ਜਿਸ ਤਰੀਕੇ ਦੇ ਨਾਲ ਚਿੱਠੀ ਪੱਤਰ ਤੇ ਕਦੀ ਗਵਰਨਰ ਦੇ ਨਾਲ ਤੇ ਕਦੀ ਕਿਸੇ ਨਾਲ ਸਰਕਾਰ ਦਾ ਇਟਖੜਕਾ ਹੋ ਰਿਹਾ, ਜਿਸ ਵੇਲੇ ਗਵਰਨੈਂਸ ਐਬਸੈਂਸ ਹੋਵੇ ਇਹਦਾ ਮਤਲਬ ਹੁੰਦਾ ਹੈ ਪੋਲੀਟੀਸ਼ੀਅਨ ਪੋਲਿਟਿਕਸ ਕਰਨ ਤੋਂ ਇਨਕਾਰੀ ਹੈ, ਸਿਆਸਤਦਾਨ ਸਿਆਸਤ ਨਹੀਂ ਕਰ ਰਿਹਾ, ਉਹ ਕੇਵਲ ਰਾਜ ਕਰਨਾ ਚਾਹ ਰਿਹਾ।
ਆਹਿਸਤਾ ਆਹਿਸਤਾ ਲੋਕਾਂ ਨੂੰ ਸਿਆਸਤ ਤੋਂ ਨਫ਼ਰਤ ਹੋ ਜਾਂਦੀ ਹੈ। ਦਰਅਸਲ ਉਹ ਇਹਨਾਂ ਲੋਕਾਂ ਦੀਆਂ ਹਰਕਤਾਂ ਤੋਂ, ਸੱਤਾ ਦੇ ਪ੍ਰਤੀ ਉਹਨਾਂ ਦੀ ਭੁੱਖ ਤੋਂ ਤੇ ਜਿਨ੍ਹਾਂ ਕੰਮਾਂ ਦੇ ਪਿੱਛੇ ਉਹ 24/7 ਪਏ ਰਹਿੰਦੇ ਨੇ, ਉਹਨਾਂ ਨੂੰ ਦੇਖ ਕੇ ਨਿਰਾਸ਼ ਹੁੰਦੇ ਨੇ। ਫਿਰ ਜਿਨ੍ਹਾਂ ਨੂੰ ਆਪਣੇ ਮਸਲੇ ਖੜੇ ਹੁੰਦੇ ਨੇ, ਉਹ ਜਾਂ ਤੇ 13 ਮਹੀਨਿਆਂ ਲਈ ਉੱਥੇ ਜਾ ਕੇ ਬੈਠ ਜਾਂਦੇ ਨੇ ਤੇ ਦੁਨੀਆ ਨੂੰ ਸਾਬਤ ਕਰਦੇ ਨੇ ਕਿ ਡੈਮੋਕ੍ਰੇਸੀ ਕਿਸ ਨੂੰ ਕਹਿੰਦੇ ਨੇ ਤੇ ਅਸੀਂ ਕਿਵੇਂ, ਮਤਲਬ ਤੁਸੀਂ ਇਹ ਦੇਖੋ ਵੀ ਨਿਓ ਲਿਬਰਲਿਜ਼ਮ ਤੇ ਕਰੋਨੀ ਕੈਪੀਟਲਿਜ਼ਮ ਨੂੰ ਸਮਝਦੇ ਹਾਂ ਤੇ ਫਾਰਮੂਲੇ ਦੇਖਦੇ ਹਾਂ ਤੇ ਇਹਨਾਂ ਦੀਆਂ ਜਿਹੜੀਆਂ ਅਡਾਨੀਜ਼ ਤੇ ਅੰਬਾਨੀਜ਼ ਤੇ ਦੁਨੀਆ ਦੇ ਜੌਰਜ ਮੈਸਿਸ ਤੇ ਉਹ ਵਾਰਨ ਬੂਫੇ ਤੇ ਇਹਨਾਂ ਸਭ ਨੂੰ ਸਮਝਦੇ ਹਾਂ ਆਪਾਂ ਉਮਰਾਂ ਗਾਲ ਦਿੱਤੀਆਂ। ਆ 13 ਮਹੀਨਿਆਂ 'ਚ ਜਿਹੜੀ ਉਹਨਾਂ ਨੇ ਯੂਨੀਵਰਸਿਟੀ ਖੋਲ੍ਹੀ ਰੱਖੀ ਹੈ ਸਿੰਘੂ ਟਿਕਰੀ ਬਾਰਡਰ ਤੇ, ਪੜ੍ਹਾਤਾ ਉਹਨਾਂ ਨੇ ਆਮ ਆਦਮੀ ਨੂੰ। ਹੁਣ ਉਹ ਪੜ੍ਹਿਆ ਲਿਖਿਆ ਆਦਮੀ ਆ, ਉੱਥੋਂ ਉਹਨੇ ਡਿਗਰੀਆਂ ਕੀਤੀਆਂ ਹੋਈਆਂ ਨੇ, ਉਹ ਬੈਠਾ ਕਦੀ ਜੀਰੇ ਬੈਠੇਗਾ ਕਦੀ ਕਿਤੇ ਬੈਠੇਗਾ। ਇਹਦਾ ਇੱਕੋ ਹੀ ਹੱਲ ਹੈ ਕਿ ਪੋਲੀਟੀਸ਼ੀਅਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਦਸਤ ਪੰਜਾ ਲੈਣਾ ਪਏਗਾ, ਸਿਆਸਤ ਨੂੰ ਇੱਕ ਵਾਰੀ ਫਿਰ ਸਿਆਸਤ ਵੱਲ ਮੁੜਨਾ ਪਵੇਗਾ ਨਾ। ਅਦਰਵਾਈਜ਼ ਤੁਸੀਂ ਇਸ ਖਿੱਤੇ ਨੇ ਆਈਡੈਂਟੀਟੀ ਪੋਲੀਟਿਕਸ ਵਾਲੀ ਬੜੀ ਵੱਡੀ ਕੀਮਤ ਪਹਿਲਾਂ ਅਦਾ ਕੀਤੀ ਹੋਈ ਹੈ। ਡਰ ਇਹ ਹੈ ਕਿ ਇਹ ਉਧਰ ਨੂੰ ਵਹਿਣ ਨਾ ਤੁਰਦਾ ਚਲਾ ਜਾਏ। ਤੁਸੀਂ ਉਧਰ ਨੂੰ ਵਹਿਣ ਤੋਰੋਗੇ ਤਾਂ ਫਿਰ ਵਹੀਰ ਆਉਣਗੇ, ਕਦੀ ਖਾਲਸਾ ਦੇ ਨਾਮ ਤੇ, ਕਦੀ ਕਿਸੇ ਧਰਮ ਦੇ ਨਾਮ ਤੇ, ਕਦੀ ਕਿਸੇ ਮਾਤਾ ਦੇ ਨਾਮ ਦੇ ਉੱਤੇ। ਇਹ ਵਹੀਰ ਫਿਰ ਉਹਨਾਂ ਸਾਰੀਆਂ ਤਰੱਕੀਸ਼ੁਦਾ ਜਿਹੜੀਆਂ ਰਸਤੇ ਹੁੰਦੇ ਨੇ ਉਹਨਾਂ ਨੂੰ ਨਾਲ ਵਹਾ ਕੇ ਲੈ ਜਾਂਦੇ ਹੁੰਦੇ ਨੇ, ਕਿਉਂਕਿ ਫਿਰ ਨੌਜਵਾਨਾਂ ਨੂੰ ਇੱਕ ਰਸਤਾ ਦਿਸਦਾ ਹੈ। ਹੁਣ ਕੋਈ ਉਸ ਵੇਲੇ ਇੱਕ ਕਾਲ ਦਿੰਦਾ ਸੀਗਾ, ਕੋਈ ਹੁਣ ਅੱਜ ਸਟੇਨਲੈਸ ਸਟੀਲ ਦਾ ਤੀਰ ਹੱਥ ਵਿੱਚ ਲੈ ਕੇ ਤੁਰ ਪਏਗਾ। ਤੁਸੀਂ ਜੇ ਇਸ ਤੋਂ ਬਚਣਾ ਹੈ, ਜੇ ਡੈਮੋਕ੍ਰੇਸੀ ਦਾ ਹੁਸਨ ਇਖਲਾਕ ਨੂੰ ਕਾਇਮ ਰੱਖਣਾ ਹੈ, ਤਾਂ ਫਿਰ ਇਸ ਸਿਆਸਤ ਨੂੰ ਅੰਤ ਦਸਤ ਪੰਜਾ ਲੈਣਾ ਪਏਗਾ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ। ਉਹਨਾਂ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ। ਮਿਸਿੰਗ ਲੀਡਰ, ਮਿਸਿੰਗ ਲੀਡਰਸ਼ਿਪ, ਮਿਸਿੰਗ ਪੋਲੀਟਿਕਸ, ਉਹਦਾ ਨਤੀਜਾ ਇਹ ਹੈ ਕਿ ਲੋਕ ਉਸ ਖਾਪੇ ਨੂੰ ਭਰ ਰਹੇ ਨੇ। ਪ੍ਰੋਫੈਸਰ ਸਾਹਿਬ, ਜਿਹੜਾ ਇਦੋਂ ਅਗਲੀ ਗੱਲ ਇੱਕ ਵਰਤਾਂਤ ਤੇ ਵੀ ਚਲਾਇਆ ਜਾ ਰਿਹਾ, ਇੱਕ ਆਈਡੀਆ ਇਹ ਵੀ ਹੈ, ਕਿਉਂਕਿ ਇਤਿਹਾਸਕ ਤੌਰ ਤੇ ਪੰਜਾਬ ਨੇ ਬਹੁਤ ਝੱਲਿਆ ਕਿ ਚਾਹੇ ਬਹੁ ਗਿਣਤੀ ਦੀ ਸਰਕਾਰ ਹੋਵੇ, ਜੇ ਉਹ ਅਸਫਲ ਦਿਖਾਈ ਦਿੰਦੀ ਹੁੰਦੀ ਹੈ, ਕਈ ਵਾਰ ਅਮਨ ਕਾਨੂੰਨ ਦੇ ਮਾਮਲੇ 'ਚ ਅਸਫਲ ਦਿਖਾਈ ਦਿੰਦੀ ਹੈ, ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ, ਡੀਲ ਕਰਨ 'ਚ ਅਸਫਲ ਦਿਖਾਈ ਦਿੰਦੀ ਹੈ, ਤਾਂ ਇੱਥੇ ਬੜੀ ਵਾਰੀ ਪਹਿਲਾਂ ਕਾਂਗਰਸ ਨੇ 356 ਲਾਈਆਂ ਨੇ, ਗਵਰਨਰ ਰੂਲ ਲੱਗ ਜਾਂਦਾ ਹੈ ਤੇ ਇਸ ਤਰੀਕੇ ਨਾਲ ਕਿ ਜੀ ਲਾਅ ਐਂਡ ਆਰਡਰ ਫੇਲ ਹੋ ਗਿਆ, ਜੋ ਕਨਸਟੀਟਿਊਸ਼ਨਲ ਗੱਲ ਹੈ। ਜਿਵੇਂ ਗਵਰਨਰ ਅੱਜ ਕੱਲ੍ਹ ਸਰਕਾਰਾਂ ਨਾਲ ਕਰ ਰਹੇ ਨੇ ਲਗਾਤਾਰ ਖਤੋ ਖਤਾਬਤ, ਇਦੋਂ ਪਹਿਲਾਂ ਕਿਹਾ ਜੀ ਚੀਫ ਮਿਨਿਸਟਰ ਨੂੰ ਪ੍ਰੋਟੋਕੋਲ ਨਹੀਂ ਆ ਰਿਹਾ, ਪ੍ਰੈਜ਼ੀਡੈਂਟ ਇੱਥੇ ਨੇ, ਉਹ ਗੁਜਰਾਤ ਫਿਰਦੇ ਨੇ। ਫਿਰ ਉਹਦੇ ਤੋਂ ਬਾਅਦ ਕਿਹਾ ਕਿ ਮੈਂ ਉੱਥੇ ਜਾਣਾ ਬਾਰਡਰ ਏਰੀਆ ਦੇ ਵਿੱਚ ਜਿਹੜਾ ਡਰੱਗ ਹੈ, ਜਿਹੜੇ ਅਫਸਰਾਂ ਨੂੰ ਮੈਂ ਸਿਖਾਉਣਾ ਕਿ ਉਹਦੇ ਨਾਲ ਕਿਵੇਂ ਲੜਨਾ, ਇਹ ਬਦਲੀ ਕਰ ਦਿੰਦੇ ਨੇ, ਇਹ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਂਦਾ। ਫਿਰ ਉਹਨਾਂ ਨੇ ਉਦੋਂ ਬਾਅਦ ਇੱਕ ਗੱਲ ਇਹ ਕਹਿਤੀ ਹੈ ਕਿ ਜੀ ਮੈਂ ਆਹ ਵਾਈਸ ਚਾਂਸਲਰ ਜਿਹੜੇ ਲੱਗਣੇ ਨੇ ਮੈਨੂੰ ਪੁੱਛ ਕੇ ਨਹੀਂ ਲਾਏ, ਚਾਕੂ ਆਪਣੇ ਦੁਆਰਾ ਹਟਾਤੇ ਨੇ। ਤੇ ਹੁਣ ਤਾਂ ਜਮਾ ਹੱਦ ਹੀ ਹੋ ਗਈ ਹੈ, ਜੇ ਸਰਕਾਰ ਦੂਜੇ ਪਾਸੋਂ ਚੁੱਪ ਬੈਠੀ ਹੈ। ਉਹ ਕਹਿੰਦੇ ਤੁਹਾਡੇ ਚੀਫ ਸੈਕਟਰੀ ਨੂੰ ਦੱਸਿਆ ਸੀ, ਚੀਫ ਸੈਕਟਰੀ ਮੇਰੇ ਕੋਲ ਆਇਆ ਸੀ, IPS ਅਫਸਰ ਦਾ ਤੁਹਾਡੀਆਂ ਜਿਹੜੀਆਂ ਕੁਛ ਖਰਾਮੀਆਂ ਜਿਹੜੀਆਂ ਇਸ ਲੈਵਲ ਦੀਆਂ ਨੇ ਉਹ ਦੱਸੀਆਂ ਸੀ, ਤੁਸੀਂ ਇਹਦੇ ਤੇ ਫੈਸਲਾ ਨਹੀਂ ਕੀਤਾ, ਅਸੀਂ ਉਹਨੂੰ ਵਾਪਸ ਮੋੜਤਾ। ਸਰਕਾਰ ਕਹਿ ਰਹੀ ਹੈ ਜੀ ਅੱਗੇ ਨਹੀਂ ਇਹਨੂੰ ਆਪਾਂ ਵਿਵਾਦ ਨੂੰ ਵਧਾਉਣਾ, ਲਓ ਜੀ ਪੈਨਲ ਭੇਜਤਾ। ਚੁਣੀ ਹੋਈ ਸਰਕਾਰ ਇਹ ਕਹਿੰਦੇ, ਚੁਣੀ ਹੋਈ ਸਰਕਾਰ ਇਹ ਵੀ ਨਹੀਂ ਕਹਿ ਰਹੀ ਤੂੰ ਸਾਡੇ ਕੰਮ 'ਚ ਦਖਲ ਕਿਉਂ ਦਿੰਦੇ ਹੋ, ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ। ਇਹੋ ਜਿਹੇ ਹਾਲਾਤ 'ਚ ਕੀ ਇਸ ਆਈਡੀਏ ਨਾਲ ਜਿਹੜੇ ਲੋਕ ਖੇਡ ਰਹੇ ਨੇ ਕਿ ਕੋਈ ਗਵਰਨਰ ਰੂਲ ਦੀਆਂ ਸੰਭਾਵਨਾਵਾਂ ਜਾਂ ਇਸ ਲੈਵਲ ਦੀਆਂ ਕਿ ਸਟੇਟ ਨਹੀਂ ਚੱਲ ਸਕਦੀ, ਇਹਦੇ 'ਚ ਕੋਈ ਇਹੋ ਜਿਹਾ ਤੁਹਾਨੂੰ ਨਜ਼ਰ ਆਉਂਦਾ ਕਿਤੇ ਨਾ ਕਿਤੇ ਦੂਰ ਦੂਰ ਤੱਕ? ਦੇਖੋ, ਬਣਾਉਣ ਦੀ ਤਾਂ ਬਣਾਉਣਗੇ, ਉਹ ਇਕੱਲਾ ਇੰਝ ਹੀ ਨਹੀਂ ਕਿ ਇਹਨਾਂ ਮਜ਼ਾਰਿਆਂ ਨੂੰ ਲੈ ਕੇ ਜਿਹੜੀ ਜਗ੍ਹਾ ਜਗ੍ਹਾ ਰੋਜ਼ ਜੈਮ ਹੁੰਦਾ ਆ, ਜਾਂ ਇਹਨਾਂ 'ਚੋਂ ਹੀ ਕਈ ਉੱਪਰ ਅੱਟੀ ਸੱਟੀ ਵੀ ਵਿੱਚੋਂ ਵਿਚਾਲੇ ਕਈ ਲਾ ਸਕਦੇ ਹੁੰਦੇ ਆ ਕਿ ਚਲੋ ਯਾਰ ਵਗਦੀ ਗੰਗਾ 'ਚ ਹੱਥ ਧੋ ਲਓ। ਜਦੋਂ ਹੁਣ ਇੰਨਾ ਚਾਰੇ ਪਾਸੇ ਖਲਾ ਪਿਆ ਹੀ ਆ ਤੇ ਮਾਰੋ ਫਿਰ ਢੇਮ ਇੱਕ ਛੱਪੜ ਦੇ ਵਿੱਚ ਕੁਛ ਨਾ ਕੁਛ ਰਿੱਪਲ ਤੇ ਵੰਡ ਗਈ, ਉਹ ਕੰਮ ਵੀ ਚੱਲ ਪੈਂਦਾ। ਅੱਜ ਜਿਸ ਤਰ੍ਹਾਂ ਸਾਡੇ ਖਾੜਕੂਬਾਦ ਵੇਲੇ ਵੀ ਬਥੇਰਾ ਕੁਝ ਇਹ ਚੱਲਿਆ, ਕਈਆਂ ਨੇ ਆਪਣੇ ਕੋਠੀਆਂ ਕਾਠੀਆਂ ਵੀ ਬਣਾ ਕੇ ਕਈ ਕੁਛ ਹੋ ਗਿਆ। ਇਸ ਲਈ ਮੈਨੂੰ ਲੱਗਦਾ ਕਿ ਸੈਂਟਰ ਦੀ ਕੋਸ਼ਿਸ਼ ਤਾਂ ਇਹੀ ਹੈ ਕਿ ਜੋ ਇੱਥੇ ਅਸੀਂ ਜਿਸ ਤਰ੍ਹਾਂ ਹੁਣ ਡਿਸਕਸ ਕਰ ਰਹੇ ਹਾਂ ਕਿ ਬਹੁਤ ਕਮਜ਼ੋਰ ਸਰਕਾਰ ਆ, ਦਿਖਦੀ ਨਹੀਂ। ਜੋ ਦੇਖੋ ਇੱਕ ਬੜੀ ਅਫਸੋਸ ਦੀ, ਆਪਾਂ ਆਪਣੇ ਤੌਰ 'ਤੇ ਇਹ 'ਚ ਕੋਈ ਸਕਾਲਰ ਹੋਣ ਦੀ ਲੋੜ ਨਹੀਂ ਹੈ, ਇੱਕ ਆਰਡੀਨਰੀ ਤੁਸੀਂ ਸਧਾਰਨ ਵੋਟਰ ਦੇ ਤੌਰ 'ਤੇ ਵੀ ਸੋਚੋ ਵੀ ਲੋਕਾਂ ਨੇ ਅੱਜ ਦੇ ਸਮਾਜ ਦੇ ਵਿੱਚ ਸੇਧ ਕਿੱਥੋਂ ਲੈਣੀ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਤੇ ਰਾਜੇ ਤੋਂ ਸੇਧ ਲੈਂਦੇ ਸੀਗੇ ਕਿ ਉਹ ਇੱਕ ਆਈਡੀਅਲ ਰਾਜਾ, ਆਈਡੀਅਲ ਪਰਸਨ ਹੋਣਾ ਚਾਹੀਦਾ ਆ, ਤਾਂ ਕਿ ਉਸ ਕਿਸਮ ਦਾ ਜਾਂ ਕੋਈ ਸਾਧੂ ਸੰਤ ਜਾਂ ਉਸ ਕਿਸਮ ਦੇ ਹੁੰਦੇ ਸੀ। ਹੁਣ ਨਾ ਤੇ ਕੋਈ ਧਰਮ ਦੇ ਵਿੱਚ ਕੋਈ ਉਹੋ ਜਿਹਾ ਜਿਸ ਤਰ੍ਹਾਂ ਦਾ ਤਾਂ ਲੋਕਾਂ ਦੱਸੋ, ਮੈਂ ਗੁੱਚੀ ਦੇ ਸ਼ੂਜ਼ ਪਾ ਲੈਣਾ ਜੀ, ਹੈ ਨਾ। ਮੈਂ ਕਿਹਾ ਜੀ ਸੇਧ ਲੈਣੀ ਤਾਂ ਮੈਨੂੰ ਦੱਸੋ ਤੁਸੀਂ। ਨਹੀਂ ਦੱਸੋ, ਇਹ ਸੇਧ ਤੇ ਬਥੇਰੀ ਮਿਲ ਰਹੀ, ਇਹ ਤੇ ਬਥੇਰੀ ਮਿਲ ਰਹੀ ਆ, ਇਹ ਤੇ ਸਾਰਿਆਂ ਨੂੰ ਮਿਲ ਰਹੀ। ਦੂਜੇ ਪਾਸੇ ਆ ਪੋਲੀਟੀਸ਼ੀਅਨ, ਜਿੱਥੋਂ ਪੋਲੀਟਿਕਸ ਨੇ, ਸਟੇਟਸਮੈਨਸ਼ਿਪ ਨੇ ਲੋਕਾਂ ਨੂੰ ਰੋਲ ਮਾਡਲ ਬਣ ਕੇ ਦੱਸਣਾ, ਕਾਕਾ ਇੰਝ ਹੋ, ਤੁਸੀਂ ਦੇਖੋ ਮਿਹਨਤ ਕਰਦੇ ਹਾਂ, ਅਸੀਂ ਸੱਚੇ ਹਾਂ, ਅਸੀਂ ਸੁੱਚੇ ਹਾਂ, ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ, ਅਸੀਂ ਸੇਵਾ ਕਰਦੇ ਹਾਂ। ਤੁਹਾਡੇ 'ਚ ਕੀ ਹੋ ਗਿਆ? ਤੁਹਾਨੂੰ ਨੌਜਵਾਨਾਂ ਨੂੰ, ਤੁਸੀਂ ਟੀਚਰਾਂ ਨੂੰ ਵੀ, ਹੋਰਨਾਂ ਨੂੰ ਵੀ, ਸਾਰਿਆਂ ਨੂੰ ਉਤਸ਼ਾਹਿਤ ਕਰਨ। ਇਹਦੇ ਬਿਲਕੁਲ ਉਲਟ ਹੋ ਗਿਆ ਹੋਇਆ ਸਾਰਾ ਕੁਝ।
ਪਹਿਲੀ ਗੱਲ ਤੇ ਇਹ ਬੜਾ ਵੱਡਾ ਸਾਡੇ 'ਚ ਇੱਕ ਪੋਲੀਟਿਕਸ 'ਚ ਨੁਕਸ, ਜਦੋਂ ਇਹੋ ਜਿਹੇ ਹਾਲਾਤ ਆਪਾ ਤਾਪੀ ਹੋਵੇ ਤੇ ਵੱਡੇ ਮਾਫੀਆ ਨੇ ਛੋਟੇ ਨੂੰ ਚੁਣੌਤੀ ਦੇਣੀ ਆ, ਸੈਂਟਰ ਦੀ ਸਰਕਾਰ ਬਹੁਤ ਤਕੜੀ ਆ, ਉਹ ਕਿਸੇ ਨੂੰ ਖਰੀਦ ਸਕਦੀ ਆ, ਕਿਸੇ ਨੂੰ ਬਹਿਕਾਵੇ 'ਚ ਲੈ ਸਕਦੀ ਆ, ਕੁਝ ਵੀ ਝੂਠ ਬੋਲ ਕੇ ਮੀਡੀਆ ਰਾਹੀਂ ਆਪਣੇ ਜਿਹੜਾ ਹੱਥ ਟੋਕਾ ਮੀਡੀਆ ਆ, ਜਾਣੀ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਿਤੇ ਮੈਨੂੰ ਨਾ ਠੋਕ ਦਿਓ ਤੇ ਉਸ ਦੇ ਰਾਹੀਂ ਉਹ ਆਪਣਾ ਮੈਸੇਜ ਠੋਕ ਦਿੰਦੇ ਆ, ਜਾਣੀ ਸੱਚਾਈ ਲੋਕਾਂ ਤੱਕ ਪਹੁੰਚਦੀ ਨਹੀਂ। ਇਹਦੀਆਂ ਪੋਸੀਬਿਲਿਟੀਜ਼ ਹੈ, ਗੱਲਾਂ ਚੱਲਦੀਆਂ ਆ ਕਿ 2024 'ਚ ਨਾਲੋਂ ਨਾਲ ਚੋਣਾਂ ਹੋ ਸਕਦੀਆਂ। ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਕੱਲ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ, ਉਹ ਵੀ ਡਰੋਨ ਕਾਫੀ ਆ ਰਹੇ ਨੇ, ਬਾਕੀ ਚੀਜ਼ਾਂ ਨੇ, ਮਾਹੌਲ ਖਰਾਬ ਹੋ ਰਿਹਾ, ਇਹੋ ਜਿਹੀ ਗੱਲ ਕਰ ਰਹੇ ਨੇ ਕੁਛ ਆ ਕੇ। ਕਈ ਗੱਲਾਂ ਆ ਉਹ ਪਹਿਲਾਂ ਵੀ ਕਹਿੰਦੇ ਰਹੇ ਨੇ, ਦੁਬਾਰਾ ਵੀ ਕਮਜ਼ੋਰ ਚੀਫ ਮਿਨਿਸਟਰ ਨਹੀਂ ਚਾਹੀਦਾ। ਮੈਂ ਕਿਹਾ ਕਿ ਉਹ ਤੇ ਅਸੀਂ ਜਿਸ ਤਰੀਕੇ ਨਾਲ ਖਾਕੀ ਨਿੱਕਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕਦੀ ਕਦੀ ਕਹਿ ਦਿੰਦੇ ਸੀ ਲਾਈਟਰ ਪੇਨ ਦੇ ਵਿੱਚ ਵੀ ਉਹ ਤੇ ਕੰਮ ਉਹੋ ਜਿਹਾ, ਇੱਥੇ ਤੇ ਬਿਲਕੁਲ ਹੀ ਚੋਲਾ ਹੀ ਉਹ ਸੀ, ਉਹਨੂੰ ਸਾਡੀਆਂ ਅੱਖਾਂ ਨੂੰ ਨਹੀਂ ਸੀ ਦੇਖ ਰਿਹਾ। ਉਹ ਬਿਲਕੁਲ ਭਕਵਾ ਚੋਲਾ ਪਾ ਕੇ ਚੀਫ ਮਿਨਿਸਟਰ ਰਹੇ ਆ ਕੈਪਟਨ ਅਮਰਿੰਦਰ ਸਿੰਘ। ਕਿਹੜੀਆਂ ਗੱਲਾਂ ਕੋਈ ਨਹੀਂ ਤੇ ਫਿਰ ਬਾਅਦ ਵਿੱਚ ਜਿਹੜੀ ਹਮੀਰ ਸਿੰਘ ਜੀ ਨੇ ਪਹਿਲਾਂ ਗੱਲ ਕੀਤੀ ਨਾ ਕਿ ਮਜ਼ਬੂਤ ਸਰਕਾਰ ਹੈ, 117 ਵਿੱਚੋਂ ਮੈਂ ਸਿਰਫ ਇਹ ਸਮਝਣਾ ਚਾਹ ਰਿਹਾ ਵੀ ਅਖਾੜੇ ਦੇ ਵਿੱਚ ਤਕੜਾ ਜਿਹਾ ਪਹਿਲਵਾਨ ਉਤਰਿਆ ਹੋਵੇ ਤੇ ਚੂਹੇ ਤੋਂ ਡਰੀ ਕਿਉਂ ਜਾਂਦਾ, ਉਹ ਗੱਲ ਉਹ ਸਮਝਣ ਵਾਲੀ। 117 ਵਿੱਚੋਂ 92 MLA ਵਾਲੀ ਸਰਕਾਰ ਨੂੰ ਗਵਰਨਰ ਪੱਟ ਤੇ ਥਾਪੀ ਮਾਰ ਕੇ ਬਾਰ-ਬਾਰ ਚੈਲੰਜ ਕਰ ਰਿਹਾ ਹੈ ਤੇ ਸਰਕਾਰ ਜੀ ਹੱਥ ਜੋੜ ਕੇ ਕਹਿੰਦੇ ਨੇ ਵੀ ਨਾ ਤੁਸੀਂ ਵੱਡੇ ਭਾਈ ਸਾਹਿਬ ਉਹ 2-4 ਮਾਰ ਵੀ ਲਈਆਂ, ਸਾਡੇ ਤੇ ਐਸੀ ਕੋਈ ਗੱਲ ਨਹੀਂ ਹੈਗੀ, ਆਪਾਂ ਪੈਨਲ ਦੁਬਾਰਾ ਭੇਜ ਦਿੰਦੇ ਆ, ਇਹੋ ਜਿਹੀਆਂ ਗੱਲਾਂ ਹੁੰਦੀਆਂ ਜਾਂਦੀਆਂ ਨੇ, ਸਾਡਾ ਗਵਰਨਰ ਸਾਹਿਬ ਨਾਲ ਕੋਈ ਰੌਲਾ ਨਹੀਂ। ਗਵਰਨਰ ਇਨਸਲਟਿੰਗਲੀ ਚਿੱਠੀਆਂ ਆਉਂਦੀਆਂ ਨੇ, ਗਵਰਨਰ ਤੁਹਾਡੇ ਵਾਈਸ ਚਾਂਸਲਰ ਨਹੀਂ ਲੱਗਣ ਦੇ ਰਿਹਾ, ਲੱਗੇ ਹੋਏ ਨੂੰ ਲੋਹਾ ਰਿਹਾ ਹੈ, ਜਿਹੜਾ ਤੁਸੀਂ ਪ੍ਰਪੋਜ਼ ਕਰਦੇ ਹੋ ਉਹਨੂੰ ਲੱਗਣ ਨਹੀਂ ਦੇ ਰਿਹਾ। ਇੰਨੇ ਵੱਡੇ ਕਾਰਡੀਓਲੋਜਿਸਟ ਨੂੰ ਜਿਹਦੀ ਇੰਨੀ ਰੈਪੂਟੇਸ਼ਨ ਹੋਵੇ, ਤੁਸੀਂ ਉਸ ਨੂੰ ਬਿਨਾਂ ਮਤਲਬ ਜ਼ਲੀਲ ਕਰਦੇ ਹੋ। ਉਸ ਤੋਂ ਬਾਅਦ ਗਵਰਨਰ ਤੁਹਾਨੂੰ ਇਹ ਦੱਸਦਾ ਹੈ ਵੀ ਤੁਹਾਨੂੰ ਕਦੋਂ ਡਿਨਰ 'ਤੇ ਆਉਣਾ ਚਾਹੀਦਾ ਸੀ, ਕਦੋਂ ਪ੍ਰੋਟੋਕੋਲ ਅਨੁਸਾਰ ਆਉਣਾ ਚਾਹੀਦਾ ਸੀਗਾ, ਫਲਾਣਾ ਐਡਾ ਵੱਡਾ ਰਾਸ਼ਟਰਪਤੀ ਆਇਆ ਦੇਸ਼ ਦਾ, ਤੁਸੀਂ ਇੱਥੋਂ ਮਿਸਿੰਗ ਸੀ। ਹੁਣ ਉਹ ਤੁਹਾਨੂੰ ਇਹ ਦੱਸ ਰਿਹਾ, ਮਤਲਬ ਇਹ ਤੁਸੀਂ ਯਾਦ ਕਰੋ ਹੁਣੇ ਆਰਿਫ ਮੁਹੰਮਦ ਖਾਨ ਇੱਕ ਹੋਰ ਗਵਰਨਰ ਨੇ, ਕਿਉਂਕਿ ਹਮੀਦ ਜੀ ਨੇ ਬਾਕੀ ਸਟੇਟਾਂ ਦੀ ਵੀ ਗੱਲ ਕੀਤੀ ਹੈ, ਉਹ ਭਾਈ ਸਾਹਿਬ ਨੂੰ ਇੰਨਾ ਚਾਅ ਚੜਿਆ ਹੈ, ਉਹ ਚਿੱਠੀ ਲਿਖਦੇ ਨੇ ਕਿ ਇਹ ਜਿਹੜਾ ਫਾਈਨੈਂਸ ਮਿਨਿਸਟਰ ਲਾਇਆ ਤੁਹਾਡੀ, ਇਹਨੂੰ ਬਦਲ ਦਿਓ, ਇਹ ਮੈਨੂੰ ਚੰਗਾ ਨਹੀਂ ਲੱਗ ਰਿਹਾ। ਹੁਣ ਉਹਨਾਂ ਨੇ ਉੱਥੋਂ ਜਵਾਬ ਆ ਰਿਹਾ, ਲੁੱਕ ਐਟ ਕਿ ਕੇਰਲਾ ਗਵਰਨਮੈਂਟ ਆਪਣੇ ਗਵਰਨਰ ਦੀਆਂ ਕੀਤੀਆਂ ਨਾਲ ਕਿਵੇਂ ਡੀਲ ਕਰ ਰਹੀ ਹੈ, ਲੁੱਕ ਐਟ ਕਿ ਤਾਮਿਲਨਾਡੂ ਗਵਰਨਮੈਂਟ ਕਿੱਦਾਂ ਡੀਲ ਕਰ ਰਹੀ ਹੈ। ਤਾਮਿਲਨਾਡੂ DMK ਹੁਣ ਗਵਰਨਰ ਦੇ ਘਰ ਅੱਗੇ ਮੁਜ਼ਾਹਰਾ ਕਰਨ ਜਾ ਰਹੀ ਹੈ, ਉਹ ਪ੍ਰਾਈਵੇਟ ਮੈਂਬਰ ਬਿੱਲ ਰਾਜ ਸਭਾ ਦੇ ਵਿੱਚ ਲਿਆ ਰਹੇ ਨੇ ਕਿ ਗਵਰਨਰ ਨੂੰ ਲਾਉਣ ਦਾ ਤਰੀਕਾ ਬਦਲਿਆ ਜਾਵੇ। 356 ਦੀ ਤੁਸੀਂ ਗੱਲ ਕੀਤੀ ਹੈ, 93 ਆਉਂਦਿਆਂ ਤੱਕ 1947 ਤੋਂ 100 ਤੋਂ ਜ਼ਿਆਦਾ ਸਰਕਾਰਾਂ ਸੁੱਟ ਚੁੱਕੀਆਂ। ਇਹ ਕੰਮ ਕਾਂਗਰਸ ਨੇ ਵੀ ਕੀਤਾ, ਜੰਮ ਕੇ ਕੀਤਾ, ਉਹਨਾਂ ਨੇ ਵੀ ਉਸ ਵੇਲੇ ਠੀਕ ਨਹੀਂ ਸੀ ਕੀਤਾ, ਅਸੀਂ ਤੇ ਪਹਿਲੇ ਭੁਗਤ ਭੋਗੀ ਆ। ਪੈਪਸੂ ਦੀ ਸਰਕਾਰ ਸਾਡੀ ਸਭ ਤੋਂ ਪਹਿਲਾਂ ਡਿੱਗਣ ਵਾਲੀ ਸੀ, ਦੂਜੇ ਭੁਗਤ ਭੋਗੀ ਆ ਜਿਨ੍ਹਾਂ ਨਾਲ ਮਨਜੀਤ ਜੀ ਸਾਰੀ ਉਮਰ ਤੁਰਦੇ ਰਹੇ, ਉਹ ਸੀ ਕਾਮਰੇਡ ਵਿਚਾਰੇ, ਨਮੂਦਰੀ ਪਾਰਟੀ ਆਈ ਸੀ, ਉਹਨਾਂ ਨੇ ਵੀ ਕੀਤਾ ਜਿਹੜੇ ਬਦਲ ਕੇ ਆਏ। ਹਾਂ, ਉਹਨਾਂ ਨੇ ਵੀ 80 ਚ ਆ ਕੇ, ਉਹਨਾਂ ਨੇ 77 ਚ ਆ ਕੇ ਉਹਨਾਂ ਨੇ ਤੋੜੀਆਂ, 80 ਇੰਦਰਾ ਗਾਂਧੀ ਨੇ ਦੁਬਾਰਾ ਤੋੜੀਆਂ। ਹੁਣ ਤੁਸੀਂ ਇਹ ਦੇਖੋ ਕਿ ਉਸ ਤੋਂ ਅਸੀਂ ਸਿੱਖਿਆ ਕੀ ਹੈ। ਜਿਹੜਾ ਹੁਣ ਸਵਾਲ ਪੰਜਾਬ ਦਾ ਇਸ ਵੇਲੇ ਕਲੀਅਰ ਮੁੱਦਾ ਹੋਣਾ ਚਾਹੀਦਾ ਸੀ, ਕਿਉਂਕਿ ਪੰਜਾਬ ਦੇ ਵਿੱਚ ਜੇ ਤੁਸੀਂ ਫੈਡਰਲਿਜ਼ਮ ਦੇ ਮੁੱਦੇ ਦੇ ਉੱਤੇ ਮੁਹਾਜ਼ ਤੋਂ ਮਿਸਿੰਗ ਹੋ ਤਾਂ ਤੁਸੀਂ ਲੜਾਈ ਤੋਂ ਭਗੌੜੇ ਹੋ, ਤੁਹਾਡਾ ਨਾਂ ਐਬਸਕੌਂਡਰ ਹੋਣਾ ਚਾਹੀਦਾ। ਤੇ ਪੰਜਾਬ ਦੇ ਵਿੱਚ ਵੱਖ-ਵੱਖ ਪੋਲੀਟੀਕਲ ਪਾਰਟੀਆਂ ਮੌਕਾ ਆਉਣ ਦੇ ਉੱਤੇ ਜਦੋਂ ਵੀ ਸਰਕਾਰ ਦੇ ਵਿੱਚ ਸੀ, ਸੱਤਾ ਦੇ ਵਿੱਚ ਸੀ, ਫੈਡਰਲਿਜ਼ਮ ਦੇ ਮੁਹਾਜ਼ ਤੋਂ ਭਗੌੜੀਆਂ ਨੇ। ਪੰਜਾਬ ਨੇ ਗਵਰਨਰ ਦੇ ਨਾਲ ਰਿਸ਼ਤਿਆਂ ਨੂੰ ਇਸ ਵੇਲੇ ਇਸ਼ੂ ਨਹੀਂ ਬਣਾਇਆ, ਇਹ ਗੱਲ ਨਹੀਂ ਕੀਤੀ। ਜਿਸ ਨੂੰ ਸਰਕਾਰੀਆ ਕਮਿਸ਼ਨ ਦੀ ਪ੍ਰੋੜਤਾ ਪ੍ਰਾਪਤ ਹੋਵੇ, ਜਿਸ ਨੂੰ ਪੁੰਛੀ ਕਮਿਸ਼ਨ ਦੀ ਪ੍ਰੋੜਤਾ ਪ੍ਰਾਪਤ ਹੋਵੇ, ਜਸਟਿਸ MN ਵੈਂਕਟਈਆ ਚਲਈਆ ਕਮਿਸ਼ਨ ਦੀ ਪ੍ਰੋੜਤਾ ਪ੍ਰਾਪਤ ਹੋਵੇ, ਉਹ ਜਿਹੜੇ ਉਹ ਕਹਿ ਰਹੇ ਨੇ ਕਿ ਭਾਈ ਇਹਨਾਂ ਨੂੰ ਲਾਉਣ ਦਾ ਤਰੀਕਾ ਠੀਕ ਕਰੋ। ਗਵਰਨਰ ਬਿੱਲ ਨੂੰ ਕਿੰਨੀ ਦੇਰ ਰੋਕ ਸਕਦਾ? ਤੁਹਾਨੂੰ ਪਤਾ ਪ੍ਰੋਫੈਸਰ ਮਨਜੀਤ ਜੀ, ਗਵਰਨਰ ਬਿੱਲ ਨੂੰ ਕਿੰਨੀ ਦੇਰ ਰੋਕ ਸਕਦਾ ਹੈ ਇਸ ਵੇਲੇ ਸੰਵਿਧਾਨ ਅਨੁਸਾਰ? 480 ਸਾਲ ਵੀ ਰੋਕ ਲਵੇ ਤਾਂ ਸੰਵਿਧਾਨ 'ਚ ਕੁਝ ਨਹੀਂ ਹੈਗਾ ਉਹਨੂੰ ਰੋਕਣ ਤੋਂ। ਗਵਰਨਰ ਕਿੰਨੀ ਦੇਰ ਲਈ ਲਾਇਆ ਜਾ ਸਕਦਾ? ਦੇਰ ਇਜ਼ ਨੋ ਟੈਨਿਓਰ। ਬੀਜੇਪੀ ਦੀ ਸਰਕਾਰ ਜੇ ਅਗਲੇ 40 ਸਾਲ ਰਵੇ ਤੇ 40 ਸਾਲ ਕਵੇ ਇਹੀ ਬੰਦੇ ਨੂੰ ਗਵਰਨਰ ਰੱਖਣਾ ਹੈ ਤੇ ਸੰਵਿਧਾਨ 'ਚ ਦੇਰ ਇਜ਼ ਨੋ ਬਾਰ ਐਟ ਇਟ। ਕੀ ਸਾਨੂੰ ਦੁਬਾਰਾ ਜਾ ਕੇ ਸੋਚਣ ਦੀ ਜ਼ਰੂਰਤ ਨਹੀਂ ਆ? ਇਹ ਮੌਕਾ ਸੀ, ਪੰਜਾਬ ਇਹ ਮੁੱਦੇ ਖੜੇ ਕਰ ਸਕਦਾ ਸੀ। ਪੰਜਾਬ ਨੇ 356 ਦਾ ਦਰਦ ਬਾਰ-ਬਾਰ ਝੱਲਿਆ। ਅੱਜ ਪ੍ਰੋਫੈਸਰ ਮਨਜੀਤ ਸਿੰਘ ਜੀ ਕਹਿ ਰਹੇ ਨੇ ਕਿ ਇਹਨਾਂ ਨੂੰ ਡਰ ਹੈ ਕਿ ਬੇਸਿਕਲੀ ਚੋਣਾਂ ਇੱਕੋ ਟਾਈਮ ਤੇ ਕਰਾਉਣੀਆਂ, ਵਿਚ ਮੀਨਸ ਮਨਜੀਤ ਜੀ ਜਿੰਨਾ ਮੈਨੂੰ ਸਮਝ ਆਇਆ ਤਾਂ ਮਤਲਬ 356 ਵਾਲੀ ਨੂੰ ਕੋਈ ਮੂਵ ਚਲਾਉਣਗੇ ਕਿ ਕਿਸੇ ਨਾ ਕਿਸੇ ਇਹ ਸਰਕਾਰ ਆਪਣੇ ਸਮੇਂ ਤੋਂ ਪਹਿਲਾਂ ਜਾਗੇ, ਕੋਈ ਹੋਰ ਬਹਾਨਾ ਵੀ ਕੱਢ, ਕੋਈ ਹੋਰ ਬਹਾਨਾ ਕੱਢ ਲੈਣਗੇ, ਕੋਈ ਸਿਕਿਉਰਿਟੀ ਦਾ ਬਹਾਨਾ ਕੱਢ ਲੈਣਗੇ, ਕੋਈ ਡਰੋਨ ਦਾ ਬਹਾਨਾ ਕੱਢ ਲੈਣਗੇ। ਦਾ ਵੀ ਕੱਢਿਆ, ਡਰੋਨ ਦਾ ਲਾਉਣੀ ਤਾਂ ਉਹ ਪਊਗੀ, ਲਾਉਣੀ ਤਾਂ ਉਹੀ ਪਊਗੀ। ਆਣੀ ਤੇ 356 ਨਾ, ਹਥਿਆਰ ਤੇ ਹੋਰ ਹੈ ਨਹੀਂ ਨਾ ਤੁਹਾਡੇ ਕੋਲ, 356 ਵਾਲੇ ਹਥਿਆਰ ਹੈ ਨਾ। ਇਹਦਾ ਮਤਲਬ ਜਿਨ੍ਹਾਂ ਹਥਿਆਰਾਂ ਦੇ ਨਾਲ ਪੰਜਾਬ ਦੇ ਆਹੂ ਬਾਰ-ਬਾਰ ਲਾਏ ਗਏ ਉਹਨਾਂ ਨੂੰ ਫਿਰ ਤਿੱਖੇ ਕੀਤਾ ਜਾ ਰਿਹਾ ਤੇ ਪੰਜਾਬ ਦੀ ਸਰਕਾਰ ਕਹਿ ਰਹੀ ਹੈ
ਬਿਨਾਂ ਇਹਦੇ ਤੇ ਕਾਹਨੂੰ ਲੜਨਾ ਹੈ? ਤੁਸੀਂ 2-4 ਸਾਡੇ ਝਰੀਟਾਂ ਮਾਰ ਲਈਆਂ, ਤੁਸੀਂ 2-4 ਹੋਰ ਮਾਰ ਲੈਣਗੇ, ਸਾਡਾ ਕੰਮ ਚੱਲਣ ਦਿਓ। ਕੰਮ ਚੱਲੀ ਜਾਂਦਾ, 92 ਹੈਗੇ ਆ ਅਸੀਂ। ਸਾਹਿਬ ਇੱਕ ਗੱਲ ਮੈਂ ਹੋਰ ਦਿਸ ਇਜ਼ ਜਾਣਨੀ ਹੈ, ਵੈਰੀ ਬੇਸ ਆਰਗੂਮੈਂਟ। ਚੀਫ ਮਿਨਿਸਟਰ ਪੰਜਾਬ ਦੇ ਜਿਹੜੇ ਦਿਨ ਸਹੁੰ ਚੱਕਦੇ ਨੇ ਉਦੋਂ ਤੋਂ ਲੈ ਕੇ ਕਹਿੰਦੇ ਨੇ ਕਿ ਸਰਕਾਰ ਲੋਕ ਚਲਾਉਣਗੇ, ਪਿੰਡਾਂ ਚੋਂ ਚੱਲੇਗੀ, ਬਾਰਡਰਾਂ ਚੋਂ ਚੱਲੇਗੀ। ਹੁਣ ਉਹਨਾਂ ਨੇ ਹੋਰ ਕੀ ਕਰਨ, ਹੋ ਜਾ ਕੇ ਇੱਕ ਜ਼ਿਲ੍ਹਿਆਂ ਦੇ ਵਿੱਚ ਇੱਕ ਫੀਲਡ ਅਫਸਰ ਜਿਹੜੇ ਚੀਫ ਮਿਨਿਸਟਰ ਨੂੰ ਰਿਪੋਰਟ ਕਰਨਗੇ, PCS ਓਵਰ ਲਾਤੇ, ਤੇ ਉਹ ਕਹਿੰਦੇ ਨੇ ਸਾਰੇ ਸਿੱਧੇ ਉਹਨਾਂ ਕੋਲ ਜਾਇਆ ਕਰਨਗੇ, ਮਾਮਲੇ ਸਿੱਧੇ ਤਰੀਕੇ ਨਾਲ ਹੱਲ ਹੋ ਜਾਇਆ ਕਰਨਗੇ। ਔਰ ਜਿਹੜਾ ਇਸ ਲੈਵਲ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ, ਇਹਨੂੰ ਤੁਸੀਂ ਬਿਲਕੁਲ ਹੀ ਨਹੀਂ ਕੰਸੀਡਰ ਕਰ ਰਹੇ ਮਾੜੇ ਮੋਟੀਆਂ, ਕਿ ਕੀ ਕਰਦੇ ਨੇ ਸਰਕਾਰ ਲੋਕਾਂ ਦੇ ਦੁਆਰ। ਸਵਰਾਜ ਕਿਤਾਬ ਲਿਖੀ ਸੀ ਕੇਜਰੀਵਾਲ ਨੇ, ਉਹ ਮੇਰੇ ਕੋਲ ਕਾਪੀ ਪਈ ਹੈ, ਉਹ ਰੱਖਿਆ ਕਰੋ ਕੋਲ ਕਦੀ ਵੈਸੇ। ਉਹਦਾ ਮਤਲਬ ਹੀ ਨਹੀਂ ਰਿਹਾ। ਅਸੀਂ ਵੀ ਉਸੇ ਗੱਲ ਦੇ ਭੁਲੇਖੇ 'ਚ ਆ ਗਏ ਤੇ ਥੋੜੀ ਬਹੁਤ ਸ਼ਾਇਦ ਕਿਸੇ ਵੇਲੇ ਅਸੀਂ ਸਾਰੇ ਹੀ ਆਏ ਹੋਈਏ ਵੀ ਯਾਰ ਬੰਦਾ ਤੇ ਚੰਗਾ ਲੱਗਦਾ, ਗੱਲ ਵੀ ਚੰਗੀ ਕਰਦਾ, ਪਰ ਤੁਸੀਂ ਇਹਦੀ ਪ੍ਰੈਕਟੀਕਲ ਲੈਵਲ ਤੇ ਇਹਦੀ ਕੀ ਮਤਲਬ ਬਣਦਾ। ਉਹ ਜਿਹੜੇ ਪਿੰਡਾਂ ਦੇ ਮਜ਼ਦੂਰ ਆ, ਜਿਹੜੇ ਮਨਰੇਗਾ 'ਚ ਕੰਮ ਕਰਦੇ ਆ ਜਾਂ ਹੋਰ ਆ, ਉਹ ਗਵਰਨੈਂਸ ਦੇ ਵਿੱਚ ਕਿਵੇਂ, ਮਤਲਬ ਇਹ ਤੇ ਹੈ ਕਿ ਤੁਸੀਂ ਇੱਕ ਚੰਗੀ ਪੰਚਾਇਤ ਗ੍ਰਾਮ ਸਭਾ ਉੱਥੋਂ ਉੱਠਦੇ ਤਾਂ ਨੂੰ ਲੈ ਕੇ ਆਓ, ਉਹ ਜਿਹੀ ਕੋਈ ਇਹਨਾਂ ਦੀ ਗੱਲ ਦਿਖਦੀ ਨਹੀਂ। ਜਿੰਨਾ ਐਂਟੀ ਸਵਰਾਜ ਇਹ ਰਾਜ ਹੈਗਾ, ਜਾਂ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਰਾਜ ਹੈ, ਮੈਨੂੰ ਤਾਂ ਲੱਗਦਾ ਉਹਨਾਂ BJP ਦਾ ਵੀ ਨਹੀਂ, BJP ਦਾ ਵੀ ਇੱਕ ਢਾਂਚਾ ਸਾਰੇ ਹੀ ਰਹੇ ਨੇ, ਬਿਲਕੁਲ ਇੱਕ ਪਾਰਟੀ ਸਾਰੇ ਹੀ ਰਹੇ ਨੇ। ਨਹੀਂ ਆ ਜੀਰਾ ਵਾਲੀ ਜਿਹੜੀ ਮੂਵਮੈਂਟ ਹੈ ਇਹ ਤਕਲੀਫ ਦਿੰਦੀ ਹੈ, ਕਿਉਂਕਿ ਇਹੀ ਹੋਪ ਦਿੰਦੀ ਹੈ, ਆਸ ਦਿੰਦੀ ਹੈ ਕਿ ਲੋਕ ਇਕੱਠੇ ਹੋ ਕੇ ਆਪਣੀ ਗੱਲ ਨੂੰ ਨਾ ਕੇਵਲ ਕਹਿ ਸਕਦੇ ਨੇ। ਮਨਜੀਤ ਜੀ, ਜਿਹੜੀ ਗੱਲ ਆ 13 ਮਹੀਨੇ ਦਾ ਮੋਰਚਾ ਸਿਖਾ ਗਿਆ ਨਾ, ਉਹ ਇਹ ਵੀ ਹੈ ਕਿ ਸਸਟੇਨਡ ਤਰੀਕੇ ਨਾਲ ਕਿਵੇਂ ਕਹਿਣੀ ਹੈ। ਜੇ ਉਹ 13 ਮਹੀਨੇ ਬੈਠੇ ਸੀ ਤੇ 150 ਦਿਨ ਜ਼ੀਰਾ ਵਾਲਿਆਂ ਨੂੰ ਹੋ ਗਏ ਨੇ। ਤੁਸੀਂ ਦੇਖੋ ਸਸਟੇਨੈਂਸ ਦੇਖੋ, ਇਹ ਪੋਲੀਟੀਕਲ ਪਾਰਟੀ ਦਾ ਕੰਮ ਹੁੰਦਾ, ਇਹਨੇ ਰਿਸੋਰਸਿਸ ਕਿੱਥੇ ਹੁੰਦੇ ਆ ਲੋਕਾਂ ਕੋਲ। ਇੱਕ ਹੋਰ ਗੱਲ ਜਿਹੜੀ ਵਾਪਰ ਰਹੀ ਹੈ ਪੰਜਾਬ 'ਚ ਨਵੀਂ, ਅਸੀਂ ਮੋਰਚਾ ਲਾ ਕੇ ਆਏ, ਕਿਸਾਨ ਮੋਰਚਾ, ਉਹਦੇ 'ਚ ਕਿਸਾਨ ਜਥੇਬੰਦੀਆਂ ਨੇ, ਕਈ ਨਵੀਆਂ ਬਣ ਗਈਆਂ, ਹੋਰ ਆ ਕੇ ਕਾਫੀ ਨਵੀਆਂ ਬਣ ਗਈਆਂ। ਤੁਸੀਂ ਦੇਖੋ ਕਿ 3 ਮੋਰਚੇ ਇਸ ਸਮੇਂ ਨੇ ਜਿਹੜੇ ਕਿਸੇ ਜਥੇਬੰਦੀ ਦੀ ਅਗਵਾਈ 'ਚ ਨਹੀਂ ਹੈ, ਔਰ ਜਥੇਬੰਦੀਆਂ ਵੀ ਉਹਨਾਂ ਚਿਰ ਉਸ ਰੂਪ 'ਚ ਉਹਦਾ ਸਾਥ ਨਹੀਂ ਦੇ ਰਹੀਆਂ ਜਿੰਨਾ ਚਿਰ ਉਹ ਕਹਿੰਦੇ ਨੇ ਸਾਡੇ ਕੋਲ ਨਹੀਂ ਆ ਰਿਹਾ ਤੂੰ, ਤੇ ਸਾਨੂੰ ਇਹ ਕਹੇ ਵੀ ਤੁਸੀਂ ਸਾਨੂੰ ਲੀਡ ਕਰੋ, ਸਾਨੂੰ ਉਹਦਾ ਅਧਿਕਾਰ ਸੌਂਪੋ। ਅਸੀਂ ਇਹ ਹੈ ਜਿਵੇਂ ਮੱਤੇਵਾੜੇ ਵਾਲਾ ਸੀ, ਉਹ ਵੀ ਇੱਕ ਉੱਥੇ ਕਮੇਟੀ ਬਣ ਗਈ ਲੋਕਲ, ਤੇ ਉਹਦੀ ਅਗਵਾਈ 'ਚ ਹੋਇਆ ਤਾਂ ਚਲ ਗਵਰਨਮੈਂਟ ਪਿੱਛੇ ਹਟੀ। ਇਹ ਸਾਂਝਾ ਮੋਰਚਾ ਜੀਰਾ ਕਿਸੇ ਇੱਕ ਜਥੇਬੰਦੀ ਦੀ ਨਹੀਂ ਹੈ, ਇਲਾਕੇ ਦੇ ਬੰਦੇ ਨੇ, ਸਭ ਨੂੰ ਉਹ ਸੱਦ ਰਹੇ ਨੇ, ਸਾਰੇ ਉੱਥੇ ਹਾਜ਼ਰੀ ਲਵਾਉਂਦੇ ਨੇ, ਥੋੜੀ ਜਿਹੀ ਮੁੜੇ ਆਉਂਦੇ ਨੇ, ਪਰ ਜਿਵੇਂ ਜਿੱਡਾ ਵੱਡਾ ਰੂਪ ਉਹਦਾ ਬਣਾਉਣਾ ਚਾਹੀਦਾ ਸੀ, ਕਿਉਂਕਿ ਇਨਵਾਇਰਨਮੈਂਟ ਦਾ ਮੁੱਦਾ, ਪੋਲੂਸ਼ਨ ਦਾ ਮੁੱਦਾ, ਲੋਕਾਂ ਦੀ ਜ਼ਿੰਦਗੀ ਦਾ ਮੁੱਦਾ ਐਡਾ ਮਹੱਤਵਪੂਰਨ ਮੁੱਦਾ ਹੈ। ਇਸੇ ਤਰ੍ਹਾਂ ਬਾਈਬਲ ਕਲਾਂ ਦਾ ਮੁੱਦਾ, ਬਾਈਬਲ ਕਲਾਂ ਦੇ ਵਿੱਚ ਜਿਹੜਾ ਪਹਿਲਾਂ ਸਰਬੱਤ ਖਾਲਸਾ ਕਹੋ ਜਾਂ ਉਹਨੂੰ ਜਨਰਲ ਇਕੱਠ ਕਹੋ, ਚੱਬੇ ਵਾਲਾ, ਐਡੇ ਵੱਡੇ ਇਕੱਠ ਤੋਂ ਬਾਅਦ ਤੇ ਉਹ ਜਿਹੜੇ ਬੰਦੇ ਲੀਡਰ ਸੀਗੇ, ਜਿਨ੍ਹਾਂ ਨੂੰ ਅਸੀਂ ਪੋਲੀਟੀਕਲ ਲੀਡਰ ਕਹਿੰਦੇ ਸੀ ਜਾਂ ਰਿਲੀਜੀਅਸ ਲੀਡਰ, ਉਹਨਾਂ ਨੇ ਕੀ ਕੀਤਾ ਸੀ ਉਦੋਂ ਇਹਦਾ ਇਨਸਾਫ ਲੈਣ ਦੀ ਬਜਾਏ ਪੈਰਲਲ ਜਥੇਦਾਰ ਬਣਾ ਲਓ, ਬਾਕੀ ਕਰ ਲਓ, ਕੋਈ ਹੋਰ ਗੱਲ ਕਰ ਲਓ, ਟੁੱਟ ਗਏ ਲੋਕ। ਫਿਰ ਇੱਕ ਮੋਰਚਾ ਚੱਲਿਆ, ਚਾਹੇ ਉਹ ਦਾਦੂਵਾਲ ਸੀ, ਚਾਹੇ ਧਿਆਨ ਸਿੰਘ ਮੰਡੋਣੀ ਸੀ ਬੈਠੇ, ਫਿਰ ਉਹ ਮੋਰਚਾ ਚੱਲਿਆ ਇੱਕ ਸਰਕਾਰ ਦੇ ਨਾਲ ਹੱਬ ਨਵੇਂ ਵਿੱਚ, ਉਹਦੇ 'ਚ ਕੀ ਠੀਕ ਹੈ ਕੀ ਗਲਤ ਹੈ ਇਹਨੂੰ ਛੱਡ ਵੀ ਦਿਓ। ਉਹ ਉੱਠ ਗਿਆ, ਮੁੜ ਕੇ ਸਧਾਰਨ ਨੂੰ ਪੀੜਤ ਪਰਿਵਾਰਾਂ ਨੂੰ ਬੈਠਣਾ ਪਿਆ। ਹੁਣ 1 ਸਾਲ ਤੋਂ ਪੀੜਤ ਪਰਿਵਾਰ ਬੈਠਾ ਹੈ। ਇਹ ਜਿਹੜਾ ਕੁਐਸਚਨ ਹੈ, ਇਹ ਤਬਦੀਲੀ ਹੈ। ਇਟ ਮੀਨਸ ਨਾ ਕੇਵਲ ਪੋਲੀਟੀਕਲ ਲੀਡਰਸ਼ਿਪ, ਸਾਡੀਆਂ ਜਨਤਕ ਜਥੇਬੰਦੀਆਂ, ਸਾਡੇ ਬਾਕੀ ਦੀ ਲੀਡਰਸ਼ਿਪ, ਕੀ ਉਹ ਉਹਨਾਂ ਭਰੋਸਾ ਨਹੀਂ ਦੇ ਪਾ ਰਹੀ ਕਿ ਅਸੀਂ ਇਸ ਸਮੱਸਿਆ ਨੂੰ ਉੱਥੇ ਤੱਕ ਲਿਜਾਣ 'ਚ ਕਾਮਯਾਬ ਹੋ ਸਕਦੇ ਹਾਂ। ਹਮੀਰ ਸਿੰਘ, ਜਿੰਨਾ ਇਹ ਜਿਹੜੀ ਪਰਿਸਥਿਤੀ ਆ ਸਾਨੂੰ ਇੱਕ ਉਮੀਦ ਦਿੰਦੀ ਹੈ ਤਬਦੀਲੀ ਲਈ, ਅੱਗੇ ਵਧਣ ਲਈ, ਕੁਝ ਦੇਖਣ ਲਈ, ਕੁਝ ਕਰਨ ਲਈ, ਜਾਣੀ ਰਵਾਇਤੀ ਚੀਜ਼ ਤੋਂ ਸਾਨੂੰ ਹਟਾਉਂਦੀ ਹੈ, ਉਨੀ ਇਹ ਖਤਰਨਾਕ ਵੀ ਹੈ। ਕਿਉਂਕਿ ਜੇ ਕੋਈ ਸਮੁੱਚੀ ਲੀਡਰਸ਼ਿਪ, ਮਜ਼ਬੂਤ ਲੀਡਰਸ਼ਿਪ, ਇਸ ਸਾਰਾ ਜਿਹੜਾ ਤਾਪਮਾਨ ਥੱਲੋਂ ਰਾਜਨੀਤਿਕ ਵਧਿਆ ਹੋਇਆ ਚਾਰੇ ਪਾਸੇ, ਉਸ ਨੂੰ ਕਿਸੇ ਸੰਚੇ 'ਚ ਢਾਲ ਕੇ ਕੋਈ ਟਾਰਗੇਟ ਢੰਗ ਦੇ ਨਾਲ ਵਰਤ ਨਹੀਂ ਪਾਊਗੀ, ਹੈ ਨਾ, ਚੰਗੇ ਢੰਗ ਦੇ ਨਾਲ। ਇਹਦੇ 'ਚ ਜੋ ਤੁਸੀਂ ਅੱਗੇ ਪਹਿਲਾਂ ਕਹੇ ਹਾਂ, ਫਿਰ ਉਸ ਕਿਸਮ ਦਾ ਇੱਧਰ ਹੋਊਗਾ, ਨਹੀਂ ਕੁਝ ਵੀ ਹੋਊਗਾ, ਫਿਰ ਕਿਆਸ ਹੋਊਗਾ, ਫਿਰ ਆਪਾਤਾਪੀ ਹੋਊਗੀ। ਇਹ ਉਹਦਾ ਪ੍ਰੀਲਿਊਡ ਆ, ਜਾਣੀ ਅਜੇ ਸ਼ੁਰੂਆਤੀ ਫੇਜ਼ ਆ, ਕਿਉਂਕਿ ਲੋਕਾਂ ਨੂੰ ਇੱਕ ਤੇ ਪਤਾ ਲੱਗ ਗਿਆ, ਜਿਹੜਾ ਵਿਸ਼ਵਾਸ ਆ ਗਿਆ ਲੋਕਾਂ ਨੂੰ ਕਿ ਆਹ ਜਿਹੜੇ ਟੋਲੇ ਰਾਜਨੀਤਿਕ ਲੋਕਾਂ ਦੇ ਫਿਰਦੇ ਆ, ਇਹ ਸਾਡੇ ਕੰਮ ਦੇ ਨਹੀਂ ਹੈ। ਬਿਲਕੁਲ, ਜਦੋਂ ਇਹ ਗੱਲ ਹੋ ਜੇ ਤੇ ਇਹ ਬਹੁਤ ਖਤਰਨਾਕ ਹੈ। ਔਰ ਦੁਨੀਆ ਨੇ ਪਹਿਲਾਂ ਸਿੱਖਿਆ ਨਾ ਭਾਈ, ਲਿਬਰਟੀ, ਫ੍ਰੈਟਰਨਿਟੀ ਕਿੱਥੋਂ ਆਏ ਨੇ ਸ਼ਬਦ? ਇਹ ਉਸੇ ਵਿੱਚੋਂ ਆਏ ਨੇ ਜਿਸ ਵੇਲੇ ਲੋਕਾਂ ਨੇ ਆਪਣੇ ਹੱਥ ਲਿਆ
ਤੇ ਫਿਰ ਸੜਕ ਦੇ ਕਿਨਾਰੇ ਤੇ ਗਿਲੋਟੀਨ ਲੱਗਿਆ ਨੇ ਤਾਂ ਸਾਰਾ ਦਿਨ ਸਿਰ ਗਾਟੇ ਨਾਲ ਲੈਂਦੇ ਰਹਿੰਦੇ ਸੀ ਤੇ ਸਿਰਾਂ ਦੇ ਢੇਰ ਲੱਗਦੇ ਰਹੇ। ਇਹਦਾ ਨਾਮ ਫ੍ਰੈਂਚ ਰੈਵੋਲੂਸ਼ਨ। ਅਸੀਂ ਬੱਚਿਆਂ ਨੂੰ ਪੜਾਇਆ ਕਾਹਦੇ ਪੜ੍ਹੇ ਆ? ਉਮੀਦ ਇਹਦਾ ਮਤਲਬ ਕਿ ਇਹ ਜਿਹੜੇ ਅੰਦੋਲਨ ਚੱਲ ਰਹੇ ਨੇ ਇਹਨਾਂ ਚੋਂ ਕੋਈ ਲੀਡਰਸ਼ਿਪ ਐਮਰਜ ਵੀ ਕਰ ਸਕਦੀ ਨਹੀਂ। ਦੇਖੋ ਇਸ ਤਰ੍ਹਾਂ ਕਈ ਵਾਰ ਇਹ ਹੁੰਦਾ ਨਾ ਵੀ ਅੱਛਾ ਜੀ ਇਹ ਤਾਂ ਜੀ ਨਹੀਂ, ਅੰਦੋਲਨ ਲੀਡਰਸ਼ਿਪ ਥਰੋ ਕਰਦੇ ਨੇ। ਤਾਂ ਜਿਹੜੇ ਵੀ ਲੀਡਰ ਉਹ ਜਿਹੜੇ ਚੱਲ ਰਹੇ ਨੇ ਉਹ ਵਿਦਆਊਟ ਲੀਡਰਸ਼ਿਪ ਨਹੀਂ, ਉਹਨਾਂ ਦੀ ਲੀਡਰਸ਼ਿਪ ਆਪਣੇ ਲੈਵਲ ਦੀ ਇੰਨਾ ਲੰਮਾ ਉਹਨਾਂ ਨੇ ਪੈਦਾ ਕੀਤੇ ਨੇ ਆਪਣੇ ਲੀਡਰ, ਇੰਨਾ ਸਮਾਂ ਕੰਟੀਨਿਊ ਕਰਨਾ, ਦਿਨ ਰਾਤ ਦੇ ਧਰਨੇ ਨੇ, ਨਹੀਂ ਉਹ ਪਰਸਿਊ ਕਰਦੇ। ਦੇਖੋ ਉਹ ਲੀਗਲੀ ਵੀ ਪਰਸਿਊ ਕਰ ਰਹੇ ਨੇ, ਸੁਪਰੀਮ ਕੋਰਟ 'ਚ ਪਰਸਿਊ ਕਰ ਰਹੇ ਨੇ, ਸੜਕ ਤੇ ਪਰਸਿਊ ਕਰ ਰਹੇ ਨੇ, ਮੀਡੀਆ ਨਾਲ ਪਰਸਿਊ ਕਰ ਰਹੇ ਨੇ। ਉਹ ਗੱਲਾਂ ਦੇਖੋ ਲੀਗਲੀ ਲੂਗਲੀ ਤਾਂ ਕੁਛ ਨਹੀਂ ਇਹਨਾਂ ਗੱਲਾਂ ਦਾ ਨਿਕਲਣਾ। ਅਸੀਂ ਤਾਂ ਬਹੁਤ ਅੱਗੇ ਦੀ ਗੱਲ ਕਰ ਰਹੇ ਹਾਂ ਅਮੀਰ ਜੀ। ਅੱਜ ਦੇ ਅਸੀਂ ਬਾਰ-ਬਾਰ ਇਹ ਸੋਚਦੇ, ਇਹ ਨਹੀਂ ਕਿ ਅਸੀਂ ਨਹੀਂ ਸੋਚਦੇ, ਤੁਸੀਂ ਵੀ ਸੋਚਦੇ ਹਾਂ। ਅਸੀਂ ਆਪਸ ਵਿੱਚ ਇਨਫਾਰਮਲੀ ਕੈਮਰੇ ਤੋਂ ਪਰਾਂ ਵੀ ਗੱਲਾਂ ਵੀ ਇਹ ਕਰਦੇ, ਸਾਡੀ ਇਹ ਚਿੰਤਾ ਦਾ ਵਿਸ਼ਾ ਵੀ ਆ। ਹੁਣ ਵੀ ਇੱਕ ਕੱਲ੍ਹ ਨੂੰ ਜਾਂ ਪਰਸੋਂ ਨੂੰ ਇੱਕ ਇਹੋ ਜਿਹੀ ਮੀਟਿੰਗ ਕੁਝ ਲੋਕਾਂ ਨੇ ਰੱਖੀ ਹੈ, ਬਾਰ-ਬਾਰ ਇਸ ਤਰ੍ਹਾਂ ਹੁੰਦੀ ਹੈ, ਲੋਕੀ ਕੋਸ਼ਿਸ਼ਾਂ ਕਰ ਰਹੇ ਆ। ਪਰ ਇੱਕ ਤੁਸੀਂ ਫ੍ਰੈਂਚ ਰੈਵੋਲੂਸ਼ਨ ਤੋਂ ਜਾਂ ਬ੍ਰਿਟਿਸ਼ ਜਾਂ ਅਮਰੀਕਨ ਰੈਵੋਲੂਸ਼ਨ ਜਾਂ ਰਸ਼ੀਅਨ ਤੇ ਚੀਨੀ ਰੈਵੋਲੂਸ਼ਨ ਤੋਂ ਹਟ ਕੇ ਦੇਖੋ, ਇਸ ਵੇਲੇ ਜਿਹੜੀ ਲੋਕਾਂ ਦੀ ਕੋਲੋਨਾਈਜੇਸ਼ਨ, ਮਾਈਂਡ ਦੀ, ਸੋਚ ਦੀ, ਵਰਤਾਰੇ ਦੀ, ਕਮਿਊਨੀਕੇਸ਼ਨ ਦੀ, ਉਹ ਐਡੀ ਐਕਸਟ੍ਰੀਮ ਹੋ ਚੁੱਕੀ ਹੈ। ਉਹ ਸਾਰਿਆਂ ਨੂੰ ਕੱਟਦੇ ਹੋਏ ਅੱਗੇ ਵਧਣਾ ਔਰ ਕੋਈ ਨਵੀਂ ਚੀਜ਼ ਦਿਖਾ ਪਾਉਣਾ ਉਹ ਬਹੁਤ ਔਖਾ ਹੋ ਗਿਆ। ਪੈਸੇ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ, ਕੀ ਸਾਨੂੰ ਕੋਈ ਅਕਲ ਨਹੀਂ ਹੈ? ਤੁਹਾਨੂੰ ਅਕਲ ਨਹੀਂ ਹੈ? ਆ ਸਾਡੇ ਜਿਹੜੇ ਚਾਰ ਬੰਦੇ ਵਿੱਚ ਸਾਰਿਆਂ ਨੂੰ ਸਾਰੀਆਂ ਗੱਲਾਂ ਦਾ ਪਤਾ। ਆਪਾਂ ਬਾਰ-ਬਾਰ ਕਿਉਂ ਨਹੀਂ ਇਕੱਠੇ ਹੋ ਪਾਉਂਦੇ? ਕਿਉਂ ਨਹੀਂ ਅਸੀਂ ਲੀਡਰਸ਼ਿਪ ਦੇ ਪਾਉਂਦੇ? ਇਹ ਨਹੀਂ ਕਿ ਸਾਨੂੰ ਡਰ ਆ, ਸਾਨੂੰ ਇਹ ਪਤਾ ਕਿ ਜਿੱਦਣ ਅਸੀਂ ਤੁਰਦੇ ਹਾਂ ਤੇ ਸਾਡੇ ਮੁਕਾਬਲੇ ਜਦੋਂ ਹਜ਼ਾਰਾਂ ਗੱਡੀਆਂ ਤੇ ਝੂਠ ਤੂਫਾਨ ਤੇ ਫਲੈਕਸਾਂ ਤੇ ਇਹ ਤੇ ਉਹ ਜਦੋਂ ਚੜ੍ਹਦੀ, ਉਹਦੀ ਹਨੇਰੀ ਚੜ੍ਹਦੀ ਹੈ, ਤਾਂ ਉਦੋਂ ਅਸੀਂ ਕਿਤੇ ਦਿਖਦੇ ਨਹੀਂ ਹੈਗੇ। ਫਿਰ ਅਸੀਂ ਜਿਹੜਾ ਸੱਚ ਬੋਲਣਾ ਉਹ ਲੋਕਾਂ ਤੱਕ ਪਹੁੰਚਣਾ ਹੀ ਨਹੀਂ, ਕਿਉਂਕਿ ਮੀਡੀਆ ਨੇ ਦਿਖਾਉਣਾ ਉਹਨਾਂ ਨੂੰ ਹੈ ਜੋ ਦਿਖਾਉਣਾ ਚਾਹਣਗੇ। ਇਸ ਕਰਕੇ ਜਦੋਂ ਚਾਰੇ ਪਾਸੇ ਸਾਡੀ ਇੰਨੀ ਮਲਟੀ ਲੇਅਰਡ ਕੋਲੋਨਾਈਜੇਸ਼ਨ ਹੋ ਗਈ ਹੈ, ਦਬਾਅ ਪੈ ਗਿਆ ਸਾਡੇ ਤੇ, ਅਸੀਂ ਉਹਦੇ ਚੋਂ ਸਾਰਿਆਂ ਚੋਂ ਨਿਕਲਣ ਦਾ ਜੇ ਕੋਈ ਸਾਡੇ ਕੋਲ ਇੰਤਜ਼ਾਮ ਹੈ ਤੇ ਮੇਰਾ ਖਿਆਲ ਹੈ ਕਿ ਅਸੀਂ ਇਸ ਹਾਲਾਤ, ਆਈਡੀਅਲ ਹਾਲਾਤ ਪੰਜਾਬ ਲਈ ਘੱਟੋ ਘੱਟ ਕੁਝ ਅੱਗੇ ਨੂੰ ਰਾਜਨੀਤਿਕ ਤੌਰ ਤੇ ਨਵੀਂ ਪਲਾਂਘ ਲੈਣ ਦੇ। ਪਰ ਜੇਕਰ ਮੈਂ ਦੇਖਦਾ ਇਹ तमाम ਗੱਲਾਂ ਜਿਹੜੀਆਂ ਤੁਸੀਂ ਕਹੀਆਂ ਨੇ ਇਹ ਲਗਾਤਾਰ ਮੌਜੂਦ ਨੇ, ਉਸੇ ਮੌਜੂਦਗੀ ਚ ਕਿਸਾਨ ਅੰਦੋਲਨ ਇੱਕ ਲੈਵਲ ਦੀ ਸਫਲਤਾ ਸਾਡੇ ਕੋਲ ਹੈ। ਉਹ ਵੀ ਇਕੱਲੀ ਕਿਸਾਨ ਲੀਡਰਸ਼ਿਪ ਦੇ ਆਸਰੇ ਨਹੀਂ ਹੈ, ਉਹ ਵੀ ਲੋਕਾਂ ਨੂੰ ਹੋਂਦ ਦੀ ਲੜਾਈ ਲੱਗੀ। ਸੰਗਤੀ ਰੂਪ ਜਿਹੜੇ ਲੋਕ ਗਏ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਸਾਰੇ ਚ, ਚਾਹੇ ਉਹ ਦੇਸ਼ ਚ ਹੈ, ਚਾਹੇ ਉਹ ਵਿਦੇਸ਼ ਚ ਹੈ, ਚਾਹੇ ਕਿਤੇ ਹੈ। ਲੀਡਰਸ਼ਿਪ ਗਾਈਡਡ ਬਾਏ ਪੀਪਲ, ਮਤਲਬ ਲੋਕਾਂ ਦੇ ਉਹਦੇ ਤੇ ਇੱਕ ਕੁੰਡਾ ਲੋਕਾਂ ਪ੍ਰਤੀ ਜਵਾਬਦੇਹੀ ਦਾ ਕੁਐਸਚਨ ਹੈ। ਜਦ ਲੋਕਾਂ ਦੀ ਉਹ ਜਵਾਬਦੇਹੀ ਹਟੀ, ਉਹ ਜਥੇਬੰਦੀਆਂ ਇੱਥੇ ਆਈਆਂ, ਕਿਸ ਲੈਵਲ ਦਾ ਕਲੇਸ਼ ਹੈ, ਕਿਸ ਲੈਵਲ ਦਾ ਇਲਜ਼ਾਮ ਤਰਾਸ਼ੀ ਹੈ, ਕਿਸ ਲੈਵਲ ਦਾ ਇੱਕ ਦੂਜੇ ਤੇ ਗੱਲ ਹੈ। ਇਹਦਾ ਮਤਲਬ ਕੀ ਹੈ? ਮੈਨੂੰ ਨਹੀਂ, ਮੇਰਾ ਇੱਕ ਕੁਐਸਚਨ ਹੈ ਜੀ ਕਿ ਕੀ ਅਸੀਂ ਮਨੁੱਖ ਜਿਹੜਾ ਲੀਡਰ ਹੈ ਉਹ ਕਿਸੇ ਤਾਣੇ ਬਾਣੇ 'ਚ ਜਵਾਬਦੇਹੀ ਦਾ ਇੱਕ ਜਿਹੜਾ ਡਰ ਹੈ, ਇੱਕ ਲੋਕਾਂ ਦੇ ਮਾਈਂਡਸੈਟ ਤੋਂ ਬਿਨਾਂ ਉਹ ਸੰਭਵ ਨਹੀਂ ਹੈ। ਫਿਰ ਆਪਣੇ ਆਪ 'ਚ ਨਹੀਂ ਬਦਲਦਾ ਬੰਦਾ ਕਿਸੇ ਪ੍ਰੈਸ਼ਰ 'ਚ ਹੀ ਬਦਲਿਆ ਹੁੰਦਾ ਅਸਲ ਦੇ ਵਿੱਚ। ਤੇ ਜਦੋਂ ਪ੍ਰੈਸ਼ਰ ਹਟ ਜਾਂਦਾ ਉਹਦੇ ਚੋਂ ਕੁੰਡਾ ਹਟਿਆ ਤੇ ਉਦੋਂ ਬਾਅਦ ਉਹ ਆਪ ਜਾ ਕੇ ਉੱਥੇ ਹੀ ਖੜ ਜਾਂਦਾ। ਇਹ ਤੁਹਾਡਾ ਬਹੁਤ ਵਧੀਆ ਸਵਾਲ ਆ, ਪਰ ਜਵਾਬਦੇਹੀ ਉਦੋਂ ਹੋਊਗੀ ਜਦੋਂ ਵਾਕਿਆ ਹੀ ਤੁਸੀਂ ਲੋਕਾਂ ਦੇ ਪ੍ਰੈਸ਼ਰ 'ਚ ਕੰਮ ਕਰ ਰਹੇ ਆ ਜਾਂ ਲੋਕਾਂ ਦੇ ਰਾਹੀਂ ਕੰਮ ਕਰ ਰਹੇ ਆ। ਜਾਂ ਤੇ ਉਹ ਆਰਗੇਨਾਈਜ਼ਡ ਢਾਂਚਾ ਹੋਊਗਾ, ਆਰਗੇਨਾਈਜ਼ਡ ਅਪਰੋਚ ਹੋਊਗੀ, ਜਾਂ ਆਈਡੀਓਲੋਜੀਕਲ ਕੋਈ ਨਾ ਕੋਈ ਤੇ ਤੁਹਾਡੇ ਉੱਤੇ ਐਂਕਰਸ ਜਾਂ ਤੁਹਾਡੇ ਉੱਤੇ ਬੰਦਿਸ਼ਾਂ ਹੋਣਗੀਆਂ ਨਾ। ਹੁਣ ਕੀ ਹੁੰਦਾ ਆ, ਜਿਹੜੇ ਬੰਦੇ ਚਾਰ ਬੰਦੇ ਬਹਿੰਦੇ ਆ ਵੀ ਉਹ ਪਹਿਲਾਂ ਤੇ ਆਪਣੇ ਆਪ ਨੂੰ ਸੈਲਫ ਸਰਟੀਫਾਈ ਕਰਦੇ ਵੀ ਅਸੀਂ ਲੀਡਰ ਹਾਂ, ਅਸੀਂ ਕਾਬਲ ਲੀਡਰ ਹਾਂ। ਉਦੋਂ ਬਾਅਦ ਜਦੋਂ ਇਕੱਠੇ ਹੋ ਕੇ ਕੁਝ ਚੱਲਣ ਲੱਗਦੇ ਆ ਤੇ ਉੱਥੇ ਜਿੰਨੇ ਮੂੰਹ ਓਨੀਆਂ ਗੱਲਾਂ। ਫਿਰ ਇੱਕ ਉਹ ਕਹਿੰਦਾ ਮੈਂ ਸੱਚਾ, ਉਹ ਕਹਿੰਦਾ ਤੂੰ ਸੱਚਾ ਹੋ ਗਿਆ। ਉਹ ਨਾ ਤੇ ਉਹ ਆਈਡੀਓਲੋਜੀਕਲੀ ਜਾਂ ਤੇ ਉਸ ਤਰੀਕੇ ਨਾਲ ਨਿਕਲੇ ਜਿਵੇਂ ਆਰਗੇਨਾਈਜ਼ ਢੰਗ ਨਾਲ। ਉਹ ਲੋਕਾਂ ਕੋਲ ਨਾ ਪੇਸ਼ੈਂਸ ਆ, ਨਾ ਉਹ ਇਸ ਵੇਲੇ ਸਾਨੂੰ ਅੱਜ ਦੇ ਹਾਲਾਤ ਜਿਹੜੇ ਆ ਉਹ ਟਾਈਮ ਹੀ ਦੇ ਰਿਹਾ ਉਸ ਕਿਸਮ ਦਾ ਕਿ ਤੁਸੀਂ 10 ਸਾਲ ਠਹਿਰ ਜਾਓ ਜੀ, 20 ਸਾਲ ਠਹਿਰ ਜਾਓ ਜੀ, ਇੱਕ ਸਸਟੇਨ ਢੰਗ ਨਾਲ ਕਰੀਏ ਜੀ। ਇਹ ਹੁੰਦਾ ਓਵਰਆਲ ਮੈਨੂੰ ਇੰਝ ਲੱਗਦਾ ਆ ਕਿ ਜਿਹੜਾ ਤੁਸੀਂ ਪੁਆਇੰਟ ਲਿਆ ਇਹ ਬਹੁਤ ਵੱਡਾ ਪੁਆਇੰਟ ਆ। ਉਹ ਇੱਕ ਮੁੱਦੇ ਦੇ ਡਰ ਚੋਂ ਸੀਗਾ ਕਿ ਪਿੰਡ ਚੱਲੇ ਤੇ ਜ਼ਮੀਨਾਂ ਖੁੱਸ ਚੱਲੀਆਂ। ਏਡੇ ਵੱਡੇ ਡਰ ਤੋਂ ਸਾਰੀ ਏਡੇ ਵੱਡੇ ਪੱਧਰ ਤੇ ਕਿਸਾਨ ਇਕੱਠੇ ਹੋਏ ਤੇ ਜਦੋਂ ਕਿਸਾਨ ਏਡੇ ਵੱਡੇ ਪੱਧਰ ਤੇ ਮੋਰਚਾ ਬਣਾ ਹੀ ਲਿਆ ਤੇ ਲੋਕੀ ਉਹਨਾਂ ਦੇ ਨਾਲ ਖੜੇ ਹੋਏ। ਜਦੋਂ ਉਹਨਾਂ ਨੂੰ ਪੋਲੀਟੀਕਲ ਮੌਕਾ ਮਿਲਿਆ, ਜਦੋਂ ਰਾਜਨੀਤੀ ਦਾ ਉਹਨਾਂ ਨੂੰ ਪੂਰਾ ਮੌਕਾ ਸੀਗਾ ਇਕੱਠੇ ਹੋ ਕੇ ਕੁਝ ਕਰਨ ਦਾ, ਤੇ ਉਹ ਉਹੀ ਨਿਕਲੇ ਜੋ ਜਿਸ ਤਰ੍ਹਾਂ ਕਿਸਾਨੀ ਆਮ ਕਰਕੇ ਅਲੱਗ-ਅਲੱਗ। ਆਈ ਥਿੰਕ ਇਟਸ ਅ ਫੇਲਿਅਰ ਆਫ ਲੀਡਰਸ਼ਿਪ। ਬੜੀ ਸਿੰਪਲ ਹੈ, ਲੀਡਰਸ਼ਿਪ ਦਾ ਕ੍ਰਾਈਸਿਸ ਹੈ। ਕਿਤੇ ਇਹ ਨਹੀਂ ਹੈ ਕਿ ਕੋਈ ਵੀ ਲੀਡਰਸ਼ਿਪ, ਕੋਈ ਵੀ ਡਾਇਰੈਕਸ਼ਨ ਜੇਕਰ ਲੈਣੀ ਹੈ ਤਾਂ ਉਹ ਇੱਕ ਮਿਨੀਮਮ ਲੈਵਲ ਦੇ ਕਿਸੇ ਏਜੰਡੇ, ਕਿਸੇ ਨਿਸ਼ਾਨਦੇਹੀ, ਕਿਸੇ ਦ੍ਰਿਸ਼ਟੀਕੋਣ ਤੋਂ ਬਿਨਾਂ ਸੰਭਵ ਹੀ ਨਹੀਂ ਹੈ।
ਕਿਸਾਨਾਂ ਕੋਲ ਕਾਹਦੇ ਤੇ ਇਕੱਠੇ ਹੋਏ? ਤੋਂ ਪਹਿਲਾਂ ਕੱਕੜੀਆਂ ਕਰੇਲੇ ਨੇ, ਵਿਚਾਰਧਾਰਾਵਾਂ ਅਲੱਗ ਨੇ, 3 ਬਿੱਲ ਆਏ, ਮਤਲਬ ਪਹਿਲਾਂ ਬਿੱਲ ਨਹੀਂ ਸੀ, ਪਹਿਲਾਂ ਉਹ ਆਏ ਆਰਡੀਨੈਂਸ ਆਏ, ਉਦੋਂ ਬਾਅਦ ਕਾਨੂੰਨ ਬਣਿਆ। ਉਹਨਾਂ ਨੂੰ ਲੱਗਿਆ ਇਹਦਾ ਵਿਰੋਧ ਕਰਨਾ, ਇਹਦੇ ਤੇ ਇੱਕ ਮਿਨੀਮਮ ਏਜੰਡੇ ਤੇ ਇੱਕ ਮਿਨੀਮਮ ਲੈਵਲ ਦੀ ਯੂਨਿਟੀ ਹੋਈ, ਉਹ ਹੱਲ ਹੋ ਗਈ। ਹੁਣ ਨਵਾਂ ਕਿਹੜਾ ਪ੍ਰੋਗਰਾਮ ਹੋਏਗਾ ਜਿਹੜਾ ਐ ਲੋਕਾਂ ਨੂੰ ਇਕੱਠਾ ਕਰਦੇ? ਉਦੇਸ਼ ਕੀ ਹੈ ਲੜਨ ਦਾ? ਕਿਸੇ ਉਦੇਸ਼ ਲਈ ਲੋਕ ਇਕੱਠੇ ਹੁੰਦੇ ਨੇ ਨਾ। ਔਰ ਕੰਕਰੀਟ ਕਿਹੜਾ ਪ੍ਰੋਗਰਾਮ ਹੈ ਜਿਹਦੇ ਤੇ ਉਹ ਲੜਨ? ਇੱਕ ਹੁਣ ਤੱਕ ਦਾ ਜਿਹੜਾ, ਜਿਵੇਂ ਗੱਲ ਕੀਤੀ ਫੈਡਰਲਿਜ਼ਮ ਦਾ ਕੁਐਸਚਨ ਹੈ, ਹੁਣ ਵਾਲੀਆਂ ਪਾਰਟੀਆਂ ਨਹੀਂ ਉਹਨੂੰ ਏਜੰਡੇ ਨੂੰ ਟੋ ਕਰ ਰਹੀਆਂ। ਲੋਕਾਂ ਦੀ ਇੰਪਾਵਰਮੈਂਟ ਵਾਲਾ ਕੁਐਸਚਨ ਹੈ। ਇਹ ਸਾਰੇ ਸਵਾਲ ਤੇ ਕੋਈ ਮਿਨੀਮਮ ਡਰਾਫਟਿੰਗ ਦਾ ਸਿਸਟਮ, ਇੱਕ ਉਹ ਇੰਟੈਲੈਕਚੁਅਲ ਤਬਕਾ ਕਿਹੜਾ ਦੇ ਰਿਹਾ ਕਿ ਇਹਦੇ ਤੇ ਅਸੀਂ ਸੋਚ ਸਕਦੇ ਹਾਂ? ਇਹਦਾ ਤਾਂ ਸਾਡਾ ਸਵਾਲ ਹੈ। ਇੱਕ ਕ੍ਰਾਈਸਿਸ ਹੈ ਲੀਡਰਸ਼ਿਪ ਦਾ। ਤੁਸੀਂ ਮੈਨੂੰ ਦੱਸੋ ਵੀ ਬੰਦ ਕਮਰੇ ਜਿਹਦੀ ਕੋਈ ਰਿਪੋਰਟਿੰਗ ਨਹੀਂ ਹੈ, ਕਨਸਟੀਟਿਊਐਂਟ ਅਸੈਂਬਲੀ ਬਣੀ ਹੋਈ ਹੈ, ਬੰਦਾ 350 ਪੌਣੇ 400 ਬੈਠਾ, 1.5 ਸਾਲ ਡਿਸਕਸ ਕਰ ਰਿਹਾ, ਕਿਹੜਾ ਲੋਕਾਂ ਦਾ ਪ੍ਰੈਸ਼ਰ ਸੀਗਾ, ਕਿਹੜਾ ਦਿਨ ਪਰ ਸੀਗਾ, ਔਰ ਕਿਸ ਲੈਵਲ ਤੇ ਡਿਬੇਟਸ ਨੇ? ਤੁਹਾਡੀਆਂ ਤੇ ਮੇਰੀਆਂ ਉਮਰਾਂ ਲੰਘ ਗਈਆਂ, ਬਾਲ ਚਿੱਟੇ ਹੋ ਕੇ ਪੜ੍ਹਦੇ ਆ ਕਨਸਟੀਟਿਊਐਂਟ ਅਸੈਂਬਲੀ ਦੇ ਡਿਬੇਟ। ਕੱਲਾ ਜੇ ਤੁਸੀਂ ਇੰਨਾ ਦੇਖਣਾ ਵੀ ਗਵਰਨਰ ਲਾਣੇ ਸੀ ਤਾਂ ਕਿਉਂ ਲਾਣੇ ਸੀ, ਚੁਣ ਕੇ ਲਾਣੇ ਸੀ ਕਿ ਨੋਮੀਨੇਟ ਹੋਣੇ ਸੀ, ਗਵਰਨਰ ਦੀਆਂ ਪਾਵਰਾਂ ਕੀ ਹੋਣੀਆਂ ਸੀ, ਐਡਾ ਤੱਥ ਹੈ ਉਹਨਾਂ ਕਨਸਟੀਟਿਊਐਂਟ ਅਸੈਂਬਲੀ ਦੇ ਡਿਬੇਟਸ ਦਾ। ਆਫਟਰ ਆਲ ਉਹਨਾਂ ਲੋਕਾਂ ਨੂੰ ਕੀ ਇੰਸਪਾਇਰ ਕਰਦਾ ਸੀਗਾ ਕਿ ਉਹ ਇਸ ਡੈਪਥ ਤੱਕ ਜਾ ਕੇ ਉਹ ਡਿਬੇਟ ਕਰ ਰਹੇ ਸਨ? ਇਸ ਵੇਲੇ ਉਹ ਡਿਬੇਟ ਕਿਉਂ ਨਹੀਂ ਸ਼ੁਰੂ ਹੁੰਦੇ? ਜਿਹੜੀ ਗੱਲ ਹਮੀਰ ਜੀ ਨੇ ਕੀਤੀ ਹੈ ਕਿ ਜਿਸ ਵੇਲੇ ਲੋਕਾਂ ਦਾ ਪ੍ਰੈਸ਼ਰ ਹਟ ਗਿਆ ਕਿਸਾਨ ਮੋਰਚੇ ਤੋਂ, ਲੀਡਰ ਜਦੋਂ ਬਾਹਰ ਆਏ, ਤਾਂ ਇਹਦਾ ਮਤਲਬ ਕਿ ਉਹ ਇਨਹੈਰੈਂਟ ਤੌਰ ਦੇ ਉੱਤੇ, ਇੰਟ੍ਰਿੰਸਿਕਲੀ ਅੰਦਰੂਨੀ ਤੌਰ ਦੇ ਉੱਤੇ ਬਦਲੇ ਹੋਏ ਮਨੁੱਖ ਇਹਦਾ ਮਤਲਬ ਨਹੀਂ ਸਨ, ਤੇ ਉਹ ਉਹਨਾਂ ਹੀ ਕਾਰਗੁਜ਼ਾਰੀਆਂ ਵਿੱਚ ਦੁਬਾਰਾ ਪੈ ਗਏ ਜਿਨ੍ਹਾਂ ਵਿੱਚੋਂ ਨਿਕਲੇ ਸਨ। ਇਸ ਵੇਲੇ ਕਿਉਂਕਿ ਉਹਨਾਂ ਨੂੰ ਅਗਲਾ ਸੋਲਿਡ ਏਜੰਡਾ ਸਾਹਮਣੇ ਨਹੀਂ ਨਜ਼ਰ ਆ ਰਿਹਾ, ਤੇ ਜਿਹੜਾ ਇੱਕ ਨਜ਼ਰ ਆ ਰਿਹਾ ਫੈਡਰਲਿਜ਼ਮ ਦਾ, ਉਹਨੂੰ ਆਰਟੀਕੂਲੇਟ ਵੇ ਦੇ ਵਿੱਚ ਅੱਗੇ ਨਹੀਂ ਚੁੱਕ ਪਾ ਰਹੇ। ਇਸ ਕਰਕੇ ਉਹਨਾਂ ਨੂੰ ਜੁਆਇਨ ਕਰਨ ਲਈ ਕੋਈ ਫੋਰਸ, ਕੋਈ ਗਲੂ ਇਸ ਵੇਲੇ ਨਹੀਂ ਹੈ। ਇਹ ਲੀਡਰਸ਼ਿਪ ਦਾ ਕ੍ਰਾਈਸਿਸ ਹੈ, ਇਹ ਲੀਡਰਸ਼ਿਪ ਦੀ ਓਨੈਸਟੀ ਦਾ ਵੀ ਕ੍ਰਾਈਸਿਸ ਹੈ। ਔਰ ਇਹਦੇ ਵਿੱਚੋਂ ਤੁਸੀਂ ਇਹ ਦੇਖੋ, ਤੁਸੀਂ ਕਹਿੰਦੇ ਹੋ ਸਾਇੰਸ ਕੁਛ ਨਹੀਂ, ਕਿ ਇਹ ਲਾਅ ਕੀ ਚੀਜ਼ ਹੁੰਦਾ ਹੈ? ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ, NGT ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਲੋਕੀ ਨਾਲ ਇੰਗੇਜਡ ਕਰਦੇ ਨੇ, ਹਰ ਰੋਜ਼ ਉਹ TV ਦੇ ਉੱਤੇ ਆ ਕੇ ਉਸ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਨੇ ਜਿਹੜੀ ਕੰਪਲੈਕਸ ਚੀਜ਼ ਨੂੰ ਆਮ ਲੋਕਾਂ ਦੀ ਸਮਝ ਵਿੱਚ ਕਰ ਰਹੀ ਹੈ। ਸਾਡਾ ਕਿਹੜਾ ਲੀਡਰ ਆ ਕੇ ਅੱਜ ਹਮੀਰ ਜੀ ਨੇ ਅੱਜ ਕੋਈ ਡਿਬੇਟ ਕਰਨਾ ਹੋਵੇ, ਤੁਹਾਨੂੰ ਕਹਿਣ ਵੀ ਮਨਜੀਤ ਜੀ ਤੁਸੀਂ ਆ ਜਾਓ, ਤੀਸਰਾ ਆਪਾਂ ਕੋਈ ਪੋਲੀਟੀਸ਼ੀਅਨ ਬੁਲਾਉਂਦੇ ਆ ਜਿਹੜਾ ਘੰਟਾ ਬੈਠ ਕੇ ਫੈਡਰਲਿਜ਼ਮ ਦੇ ਵੱਖ-ਵੱਖ ਇਸ਼ੂਜ਼ ਦੇ ਉੱਤੇ ਲੇਅਰ ਬਾਈ ਲੇਅਰ ਸਿਆਣੀ ਗੱਲ ਕਰੇਗਾ, ਇਹ ਹੁਣੇ ਕ੍ਰਾਈਸਿਸ ਖੜਾ ਹੋ ਜਾਣਾ ਕਿ ਤੀਸਰਾ ਬੰਦਾ ਕੌਣ ਹੋਵੇਗਾ। ਪੰਜਾਬ ਵਰਗੀ ਸਟੇਟ ਹੋਵੇ, ਸਦੀਆਂ ਦਾ ਇਤਿਹਾਸ ਹੋਵੇ, ਇੰਨੀ ਸਮਝ ਸਾਜ਼ੀ ਹੋਵੇ, 300 ਸਾਲਾਂ ਦੀ ਗੁਰੂਆਂ ਦੀ ਸ਼ਬਦ ਸਾਜ਼ੀ ਹੋਵੇ, ਤੇ ਉਹਦੇ ਵਿੱਚੋਂ ਫੈਡਰਲਿਜ਼ਮ ਤੇ ਗੱਲ ਕਰਨ ਲਈ, ਸਵੈ ਅਧਿਕਾਰਾਂ ਦੀ ਗੱਲ ਕਰਨ ਲਈ ਕੋਈ ਸਾਨੂੰ ਨੇਤਾ ਨਾ ਲੱਭਣ ਰਿਟਾਇਰਡ ਜਾਂ ਕੰਮ ਕਰਦਾ ਹੋਇਆ, ਇਹ ਸਾਡੀ ਇੰਟੈਲੈਕਚੁਅਲ ਬੈਂਕਰਪਸੀ ਦੀ ਨਿਸ਼ਾਨੀ ਨਹੀਂ ਤਾਂ ਹੋਰ ਕੀ ਹੈ? ਦੇਖੋ, ਇਹ ਗੱਲ ਤੇ ਬਹੁਤ ਵੱਡਾ ਇੱਕ ਦੁਖਾਂਤ ਵੀ ਆ ਤੇ ਇੱਕ ਅੜਿੱਕਾ ਵੀ ਹੈ ਸਾਰੀ ਗੱਲ ਦਾ। ਉਹ ਸੈਲਫ ਇੰਟਰਸਟ ਦੇ ਵਿੱਚ ਤੇ ਮਰਨ ਮਿਟਣ ਲਈ ਤਿਆਰ ਹੋਣਗੇ। ਸਾਡੀ ਇੱਕ ਪੰਜਾਬੀਆਂ ਦੀ ਜਿਹੜੀ ਖੂਬਸੂਰਤੀ ਆ, ਉਹ ਇਹਨਾਂ ਦੀ ਕਮੀ ਵੀ ਆ, ਕਮਜ਼ੋਰੀ ਵੀ ਆ। ਖੂਬਸੂਰਤੀ ਇਹੀ ਹੈ ਕਿ ਧੜੱਲੇ ਨਾਲ ਨਿਡਰ ਹੋ ਕੇ ਲੜਦੇ ਆ, ਮੈਦਾਨ 'ਚ ਉਤਰ ਕੇ ਲੜਦੇ ਆ, ਕੋਈ ਪਰਵਾਹ ਨਹੀਂ ਕਰਦੇ, ਮਰਨ ਦੇ ਵਿੱਚ ਸ਼ਹਾਦਤ ਪਾਉਣ ਤੱਕ ਇਹਨਾਂ ਨੂੰ ਸ਼ੌਕ ਹੈਗੇ ਆ। ਕਮੀ ਇਹੀ ਹੈ ਜਿਹੜੀ ਤੁਸੀਂ ਪੁਆਇੰਟ ਆਊਟ ਕਰਦੇ ਆ ਵੀ ਉਹ ਕਾਹਦੇ ਲਈ ਕਰਨਾ, ਉਹ 'ਚੋਂ ਅਚੀਵ ਕੀ ਕਰਨਾ, ਉਹਦੇ ਲਈ ਉਹਨੂੰ ਅੱਗੇ ਤੋਰ ਕੇ ਇੱਕ ਨਵੀਂ ਸਟੇਜ ਦੇ ਉੱਤੇ ਸਮਾਜ ਨੂੰ ਇੱਕ ਨਵੇਂ ਪੱਧਰ ਤੇ ਕਿਵੇਂ ਲੈ ਕੇ ਜਾਣਾ, ਉੱਪਰ ਉਠਾਉਣਾ। ਜਿਹੜੀ ਰਾਜਨੀਤਿਕ ਸੂਝ-ਬੂਝ ਹੁੰਦੀ ਆ, ਉਹ ਮੈਚੁਰਿਟੀ, ਉਹ ਜਿਹੜੀ ਸਟੇਟਸਮੈਨਸ਼ਿਪ ਵੱਲ ਨੂੰ ਉਹਨਾਂ ਨੂੰ ਲੈ ਕੇ ਜਾਂਦੀ, ਉਹ ਤੇ ਬਹੁਤ ਵੱਡੀ ਕਮੀ ਆ। ਨਹੀਂ ਤੇ ਆ ਤੁਸੀਂ ਸਾਡੇ ਯੰਗ ਮੁੰਡੇ ਦੇਖ ਲਓ, ਜਿਹੋ ਜਿਹੇ ਗਾਣੇ ਆਉਂਦੇ ਆ, ਉਹਨਾਂ ਦਾ ਮੂਸੇਵਾਲਾ ਲੀਡਰ ਹੈ, ਉਹਨਾਂ ਦੇ ਜਿੰਨੇ ਹੋਰ ਲੀਡਰ ਆ, ਉਹ ਸਾਰੇ ਲੀਡਰ, ਮੈਂ ਕਿਸੇ ਨੂੰ ਨਿੰਦਣ ਦੇ ਰੂਪ 'ਚ ਨਹੀਂ ਕਹਿ ਰਿਹਾ, ਪਰ ਉਹਨਾਂ ਦਾ ਜਿਹੜਾ ਸੋਚਣ ਦਾ ਪੱਧਰ ਆ, ਤੁਸੀਂ ਉਹਨਾਂ ਨੂੰ ਕਹੋ ਵੀ ਆਓ ਆਪਾਂ ਕਿਸੇ ਕਲਾਸੀਕਲ ਮਿਊਜ਼ਿਕ ਨੂੰ ਸੁਣ ਕੇ ਉਹਨੇ ਹੋਏ ਕੀ ਹੁੰਦਾ ਯਾਰ, ਰੌਲਾ ਪਾਇਆ, ਮੇਰਾ ਸ਼ਾਮ ਖਰਾਬ ਕਰਤੀ ਆ। ਇਹ ਇੱਕ ਬੇਅਦਬੀ ਦਾ ਮੁੱਦਾ ਤੇ ਬਣਿਆ ਹੋਇਆ ਨਾ, ਲੋਕੀ ਰਿਸਪੌਂਡ ਕਰ ਰਹੇ ਨੇ ਨਾ, ਬੇਅਦਬੀ ਦੇ ਮੁੱਦੇ ਨਾਲ ਰੈਜ਼ੋਨੇਟ ਕਰਦੇ ਨੇ। ਕੀ ਇਹ ਲੀਡਰ ਦਾ ਕੰਮ ਨਹੀਂ ਸੀ ਕਿ ਉਹ ਆ ਕੇ ਕਹੇ ਕਿ ਗੁਰੂ ਦੀ ਬੇਅਦਬੀ ਇਸ ਤਰ੍ਹਾਂ ਹੁੰਦੀ ਹੈ, ਕੋਈ ਗੁਰੂ ਦੇ ਅੰਗਾਂ ਨਾਲ ਛੇੜਛਾੜ ਕਰਦਾ। ਗੁਰੂ ਦੀ ਬੇਅਦਬੀ ਇਸ ਤਰ੍ਹਾਂ ਨਾਲ ਵੀ ਹੁੰਦੀ ਹੈ ਜਦੋਂ ਗਰੀਬ ਨੂੰ ਹੱਕ ਨਹੀਂ ਮਿਲਦਾ, ਜਦੋਂ ਕਿਸਾਨ ਆਪਣੀਆਂ ਫਾਂਸੀਆਂ ਤੇ ਲਟਕ ਜਾਂਦਾ ਤਾਂ ਗੁਰੂ ਦੇ ਕਹੇ ਦੀ ਬੇਅਦਬੀ ਹੋ ਰਹੀ ਹੈ। ਉਸ ਤੇ ਬੇਅਦਬੀ ਦੇ ਮੈਟਾਫਰ ਨੂੰ ਉਸਨੇ ਸਾਰੀ ਪੋਲਿਟਿਕਸ ਦੇ ਨਾਲ, ਫੈਡਰਲਿਜ਼ਮ ਦੇ ਨਾਲ ਲੈ ਕੇ ਜਾਣਾ ਸੀ। ਲੋਕਾਂ ਦਾ ਫਤਵਾ ਹੋਵੇ, ਲੋਕ ਚਾਹਣ ਸਰਕਾਰਾਂ ਇਸ ਤਰ੍ਹਾਂ ਚੱਲਣ ਤੇ ਸਰਕਾਰਾਂ ਉਸ ਤੋਂ ਠੀਕ ਉਲਟ ਤਰੀਕੇ ਨਾਲ ਚੱਲੀਆਂ ਜਾਣ, ਤੇ ਗੁਰੂ ਜਿਹੜਾ ਇਕੁਐਲਿਟੀ ਦੀ ਦੁਨੀਆ ਕਬਜ਼ ਕਰ ਰਿਹਾ ਸੀ, ਜਿਹੜਾ ਚੜਿਆ ਸੋਧਨ ਧਰਤ ਲੁਕਾਈ ਸੀ, ਉਹਦੇ ਸ਼ਬਦ ਦੀ ਇਹ ਬੇਅਦਬੀ ਨਹੀਂ ਹੈ। ਤੁਹਾਡਾ ਕੀ ਖਿਆਲ ਹੈ ਸਿੰਘ ਜੀ, ਜਿਹੜੇ ਸਾਨੂੰ ਸਾਰਾ ਜਿਹੜਾ ਮੈਟਾਫਰ ਹੈ ਇਹਦੇ ਵਿੱਚ ਬਣਾਉਣਾ ਚਾਹੀਦਾ ਸੀ। ਬਿਲਕੁਲ, ਜਿਹੜਾ ਧਰਮ ਹੈ ਉਹਦੇ 'ਚ ਕੋਈ ਸੰਕਟ ਘਟਿਆ, ਸਭ ਤੋਂ ਪੱਠਾ ਵੀ ਉੱਥੇ ਬੈਠਾ ਹੋਇਆ, ਬਿਲਕੁਲ ਹੈਗਾ। ਪਰ ਤੁਸੀਂ ਦੇਖੋ ਜਿਸ ਵੇਲੇ ਕਿਸਾਨ ਮੋਰਚੇ ਨੇ ਗੁਰੂ ਨੂੰ ਨਾਲ ਰੱਖਿਆ ਵੀ ਇਹੋ ਜਿਹਾ ਸੰਸਾਰ ਉਚਾਰਨਾ ਸੀ, ਤਾਂ ਸਰਬੱਤ ਦਾ ਭਲਾ ਵਾਲੇ ਲੋਕ ਸੀ, ਤਾਂ ਸਾਰੀ ਪੋਲਿਟਿਕਸ ਫੇਲ ਹੋ ਜਾਂਦੀ ਹੈ। ਮੈਂ ਇਹ ਕਿਹਾ ਕਿ ਤੁਸੀਂ ਕਿਹਾ ਸੀ ਉਹਨਾਂ ਕੋਲ ਬੜੀ ਵੈਲਥ, ਉਹਨਾਂ ਕੋਲ ਬੜੀਆਂ ਫਲੈਕਸਾਂ ਆ ਜਾਂਦੀਆਂ ਨੇ, ਸਭ ਕੁਝ ਆ ਜਾਂਦਾ, ਸਾਰਾ ਕੁਝ ਹੀ ਸੀਗਾ ਜਦੋਂ ਫੇਲ ਕਰਕੇ ਆਏ ਹੋ। ਤੁਸੀਂ ਤੇ ਫੇਲ ਕਰਨ ਵਾਲੇ ਹੋ। ਕਰਕੇ ਜਿਹੜਾ ਅੱਜ ਦੀ ਜਿਹੜੀ ਤੁਸੀਂ ਗੱਲ ਕਹਿੰਦੇ ਆ
ਧਰਮ ਦੀ ਹਾਲਾਤ ਇਹ ਬਣੀ ਹੋਈ ਹੈ ਕਿ ਚੀਜ਼ ਦੀ ਚਿੰਤਨ ਤੇ ਥੋੜਾ ਜਿਹਾ ਮੰਥਨ ਕਰਕੇ ਆਪਣੇ ਜੀਵਨ 'ਚ ਕੁਝ ਸੁਧਾਰ ਲਿਆਉਣ ਦੀ ਇੱਕ ਜਿਹੜਾ ਜ਼ਰੀਆ ਸੀ ਧਰਮ ਮੋਰਲ ਸੁਸਾਇਟੀ ਕ੍ਰੀਏਟ ਕਰਨ ਦਾ, ਉਹ ਬੈਠ ਕੇ ਲੰਡਨ ਤੋਂ ਤੇ ਪਾਠ ਬੁੱਕ ਕਰਕੇ ਦਰਬਾਰ ਸਾਹਿਬ 'ਚ ਪਾਠ ਹੋ ਰਿਹਾ। ਇਹਦਾ ਕਿੱਥੇ ਤੱਕ ਲੰਡਨ ਦਾ ਮੈਨੂੰ ਪਤਾ ਨਹੀਂ, ਪਰ ਬੇਅਦਬੀ ਦੇ ਮੁੱਦੇ ਦੇ ਵਿੱਚੋਂ ਸਰਕਾਰਾਂ ਕੱਢੀਆਂ ਗਈਆਂ ਨੇ, ਬੇਅਦਬੀ ਦੇ ਮੁੱਦੇ ਨਾਲ ਲੋਕਾਂ ਨੂੰ ਨਿਆਂ ਨਹੀਂ ਦਿੱਤਾ ਗਿਆ। ਐਕਚੁਅਲੀ ਜਿਹੜੀ ਸੀਰੀਅਸ ਪੋਲਿਟਿਕਸ ਹੁੰਦੀ ਹੈ ਜਾਂ ਸੀਰੀਅਸ ਟਾਈਪ ਦਾ ਇਨਸਾਨੀਅਤ ਹੁੰਦੀ ਹੈ, ਇਨਸਾਨੀ ਕਦਰਾਂ ਕੀਮਤਾਂ ਹੁੰਦੀਆਂ ਨੇ, ਉਹ ਗਾਇਬ ਨੇ। ਅਸੀਂ ਹਰ ਇੱਕ ਨੂੰ ਵੋਟ ਬੈਂਕ ਦਾ ਜ਼ਰੀਆ ਬਣਾ ਲਿਆ। ਸਾਡੀ ਡੈਮੋਕ੍ਰੇਸੀ ਤੇ ਸਾਡੀ ਅਕਲ ਪਾਵਰ ਤੱਕ ਸਿਮਟ ਗਈ ਹੈ ਕਿ ਪਾਵਰ ਗੁਰੂ ਨੂੰ ਯੋਧਾ ਬਣਾ, ਹਾਂ ਉੱਥੇ ਬਣਾ ਲਿਆ। ਔਰ ਉਹ ਸਾਰੇ ਮਾਹੌਲ ਦੇ ਵਿੱਚੋਂ ਫਿਰ ਲੱਗਦੇ ਹੋਏ, ਇਹਦਾ ਮਤਲਬ ਇਹ ਜਿਹੜੀ ਆਪਣਾ ਲਵੋ ਲੁਹਾਵ ਹੈ ਜੇ ਡੈਮੋਕ੍ਰੇਸੀ ਦਾ, ਜੇ ਇਹ ਸਾਰੀ ਬਹਿਸ ਚਰਚਾ ਨੂੰ ਆਪਾਂ ਹੁਣ ਅਜੇ ਅੱਜ ਦੇ ਦਿਨ ਲਈ ਇੱਥੇ ਰੱਖਣਾ ਹੋਵੇ ਤਾਂ ਉਹਦਾ ਮਤਲਬ ਇਹ ਹੈ ਕਿ ਡਾਇਲੌਗ ਜਿਹੜਾ ਡੈਮੋਕ੍ਰੇਸੀ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਸੰਵਾਦ। ਹੁਣ ਬੰਦੇ 5 ਮਹੀਨਿਆਂ ਤੋਂ ਬੈਠੇ ਨੇ, ਚੀਫ ਮਿਨਿਸਟਰ ਇੱਕ ਦਿਨ ਨਾ ਕੱਢੇ ਉਹਨਾਂ ਦੀ, ਮੈਂ ਸਮਝ ਲੈਣਾ ਤੁਹਾਡੀ ਕੀ ਗੱਲ ਹੈ। ਬਾਅਦ ਦੇ ਵਿੱਚ ਫੈਕਟਰੀ ਵਾਲਿਆਂ ਨੂੰ ਵੀ ਬੁਲਾ ਲਏ, ਦੋਨਾਂ ਨੂੰ ਬੁਲਾ ਕੇ ਵੀ ਤਾਂ ਗੱਲ ਕੀਤੀ ਜਾ ਸਕਦੀ ਹੈ। ਔਰ ਇਸੇ ਤਰ੍ਹਾਂ ਬਾਈਬਲ ਕਲਾਂ ਇੱਕ ਬੰਦਾ ਤੁਸੀਂ ਭੇਜ ਦਿੰਦੇ ਹੋ ਜਿਹੜਾ ਕਦੇ 1.5 ਮਹੀਨਾ ਮੰਗਿਆ ਹੁੰਦਾ, ਕਦੇ 1 ਮਹੀਨਾ ਮੰਗਿਆ ਹੁੰਦਾ, ਕਦੇ 2 ਮਹੀਨੇ ਮੰਗਿਆ ਹੁੰਦਾ। ਬੈਠ ਕੇ ਕੋਈ ਚਰਚਾ ਵੀ, ਆਪਾਂ ਜਸਟਿਸ ਕਿਹਨੂੰ ਕਹਾਂਗੇ, ਇਨਸਾਫ ਆਪਾਂ ਕਿ ਸਹਿਮਤ ਹੋ ਜਾਈਏ ਕਿ ਆਹ ਇਨਸਾਫ ਹੋਊਗਾ, ਆਹ ਨਹੀਂ, ਤਾਂ ਕੋਈ ਡੈਡਲਾਈਨ ਹੋ ਸਕਦੀ ਹੈ। ਔਰ ਇਸੇ ਤਰੀਕੇ ਨਾਲ ਟੋਲ ਪਲਾਜ਼ਿਆਂ ਦੇ ਇਸ਼ੂ ਤੇ ਤੁਹਾਡੀ ਅਪਰੋਚ ਕੀ ਹੈ। ਚੀਫ ਮਿਨਿਸਟਰ ਵੀ ਜਾਂਦੇ ਨੇ ਉੱਥੇ, ਇੱਕ ਟੋਲ ਪਲਾਜ਼ਾ ਮੈਂ 2 ਦਿਨ ਪੁਰਾਣਾ ਸੀ ਜੀ, FIR ਦਰਜ ਕਰਿਆ ਆ। ਤੇ ਜੇ ਤੁਸੀਂ ਵੀ ਉਸੇ ਅਪਰੋਚ ਦਿਓ ਤਾਂ ਆਪਣੀ ਪਾਲਿਸੀ ਬਦਲ ਲਓ ਫਿਰ, ਵੀ ਅੱਗੇ ਨੂੰ ਟੋਲ ਪਲਾਜ਼ੇ ਵਾਲੀ ਸੜਕ ਕੋਈ ਨਹੀਂ ਬਣੂਗੀ, ਗਵਰਨਮੈਂਟ ਆਪ ਬਣਾਇਆ ਕਰੂਗੀ, ਤੁਹਾਡੇ ਤੋਂ ਰੋਡ ਟੈਕਸ ਵਸੂਲਦੇ ਆਂ ਅਸੀਂ। ਜਿਹੜੇ ਇਹੀ ਟੋਲ ਪਲਾਜ਼ਾ ਦਾ ਮੁੱਦਾ ਫੰਡਾਮੈਂਟਲ ਰਾਈਟਸ ਦੇ ਮੁੱਦਿਆਂ ਨਾਲ ਕਿਉਂ ਨਹੀਂ ਜੁੜ ਰਿਹਾ? ਕੇਵਲ ਆਪੋਜੀਸ਼ਨ ਸਾਡੀ ਟੋਟਲ ਪੋਲੀਟੀਕਲ ਸਫੀਅਰ, ਐਡਮਿਨਿਸਟ੍ਰੇਸ਼ਨ ਤੇ ਗਵਰਨਮੈਂਟ, ਅਸੀਂ ਸੰਵਾਦ ਤੋਂ ਵੈਸੇ ਹੀ ਦੂਰ ਆ, ਕਿਸੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ। ਜੇ ਨਹੀਂ ਸੁਣਨਾ ਚਾਹੁੰਦੇ ਤਾਂ ਡੈਮੋਕ੍ਰੇਸੀ ਜਿਹੜਾ ਇਹ ਮਾਮਲੇ ਮੈਨੂੰ ਲੱਗਦਾ ਲਟਕ ਜ਼ਿਆਦਾ ਕਿਉਂ ਰਹੇ ਨੇ, ਸ਼ਾਇਦ ਇੰਨੇ ਨਾ ਲਟਕਦੇ ਜੇ ਇਹਨੂੰ ਸਮਾਂ ਰਹਿੰਦੇ ਗੱਲਬਾਤ ਕਰਕੇ ਇੱਕ ਲੈਵਲ ਦਾ ਹੱਲ, ਇਹ ਰੂਪ ਨਹੀਂ ਸੀ ਲੈਂਦੇ ਜਿਹੜਾ ਰੂਪ ਹੁਣ ਤੱਕ ਆਇਆ। ਇਹਦੇ 'ਚ ਨਿੱਕੀ ਜਿਹੀ ਗੱਲ ਮੈਂ ਜ਼ਰੂਰ ਕਰੂੰ, ਤੁਸੀਂ ਕਨਕਲੂਡ ਕਰਨਾ ਹੋਣਾ। ਮੈਨੂੰ ਇਹ ਲੱਗਦਾ ਜਦੋਂ ਸੱਤਾ 'ਚ ਲੋਕ ਆਉਂਦੇ ਆ, ਉਹ ਲੋਕਾਂ ਦਾ ਨਾਂ ਲੈ ਕੇ ਤੇ ਆਉਂਦੇ ਆ, ਅਸਲ 'ਚ ਜਿਹੜੀ 24 ਘੰਟੇ ਉਹਨਾਂ ਦੇ ਮਨ 'ਚ ਆ ਕਿ ਕੇਂਦਰੀ ਸਰਕਾਰ ਕੀ ਕਰ ਰਹੀ ਆ, ਫਲਾਨਾ ਕਾਰਪੋਰੇਟ ਕੀ ਕਰ ਰਿਹਾ, ਫਲਾਨੇ ਤੋਂ ਫੰਡ ਸਾਨੂੰ ਆਉਣਾ ਉਹ ਕੀ ਕਰ ਰਿਹਾ, ਉਹ ਜਿੰਨੇ ਉਹਨਾਂ ਦੇ ਪਿਉਂਤੜੇ ਤੇ ਸੋਚ ਆ ਉਹ ਉਸ ਪਾਸੇ ਗੱਡੀ ਰਹਿੰਦੀ ਆ। ਲੋਕ ਸਿਰਫ ਉਹਨਾਂ ਨੂੰ ਇੱਕ ਵੋਟਾਂ ਪਾਉਣ ਵਾਲੀਆਂ ਭੇਡਾਂ ਦਿਖਦੀਆਂ ਤੇ ਉਹਨਾਂ ਨੂੰ ਲੱਗਦਾ ਕਿ 6 ਮਹੀਨੇ ਪਹਿਲਾਂ ਇਲੈਕਸ਼ਨਾਂ ਤੋਂ ਫਿਰ ਉਹਨਾਂ ਨੂੰ ਪਤਿਆ ਲਾਂਗੇ ਬਸ। ਇਹ ਤੋਂ ਬਾਅਦ ਉਹ ਲੋਕਾਂ ਪ੍ਰਤੀ ਬਿਲਕੁਲ ਤੁਹਾਡੀ ਗੱਲ ਠੀਕ ਹੈ। ਗੁਰੂ ਨਾਨਕ ਦੀ ਧਰਤੀ ਹੋਵੇ ਤੇ ਉੱਥੇ ਬਾਈਬਲ ਕਲਾਂ ਵਾਲੇ ਇੰਨੇ ਸਾਲਾਂ ਤੋਂ ਬੈਠੇ ਹੋਣ ਦੇ ਜਾ ਕੇ ਮਸਲੇ ਦਾ ਹੱਲ ਨਾ ਨਿਕਲੇ, ਕਿਵੇਂ ਸੋਚ ਸਕਦੇ ਹੋ ਤੁਸੀਂ ਵੀ ਕਿਵੇਂ ਹੱਲ ਨਿਕਲੂਗਾ? ਮੇਨਲੀ ਇਹੀ ਗੱਲ ਹੈ ਕਿ ਅਸੀਂ ਅਸਲ 'ਚ ਸੰਵਾਦ ਤੋਂ ਡਾਇਲੌਗ ਤੋਂ ਬਣਦੇ ਆ। ਡਾਇਲੌਗ ਸੱਥ 'ਚ ਵੀ ਹੋਣੀ ਚਾਹੀਦੀ ਹੈ, ਡਾਇਲੌਗ ਹਰ ਮਸਲੇ ਤੇ ਵੀ ਹੋਣੀ ਚਾਹੀਦੀ ਹੈ, ਗਵਰਨਮੈਂਟਾਂ ਦੇ ਪੱਧਰ ਤੇ ਵੀ, ਨਹੀਂ ਤਾਂ ਉਦੋਂ ਬਿਨਾਂ ਮਸਲੇ ਉਲਝਦੇ ਨੇ, ਸੁਲਝ ਸਕਦੇ ਹੀ ਨਹੀਂ। ਫਿਰ ਉਹ ਉਧਰਲੇ ਪਾਸੇ ਨੂੰ ਜਾਣਗੇ ਜਿੱਥੇ ਤੁਸੀਂ ਜਾ ਕੇ ਕਹਿੰਦੇ ਹੋ ਹੁਣ ਬੰਦੇ ਮਾਰਨੇ ਪੈਣਗੇ, ਗੈਂਗਸਟਰ ਬਣ ਗਏ, ਕਦੇ ਖਾੜਕੂਬਾਦ ਆ ਗਿਆ, ਕਦੇ ਕੁਝ ਆ ਗਿਆ, ਕਦੇ ਕੁਝ ਆ ਗਿਆ। ਅਸਲ 'ਚੋਂ ਮਾਹੌਲ ਮਾਹੌਲ ਕੌਣ ਸਰਜਦਾ? ਹਾਂ, ਪੁਲਿਸ ਅਫਸਰ ਇੰਨੇ ਇਕੱਠੇ ਕਰ ਲਓ, ਪੁਲਿਸ ਭਰਤੀ ਕਰ ਲਓ ਤੇ ਇਹਨਾਂ ਨੂੰ ਬਸ ਬਲਡੋਜ਼ ਕਰ ਦਿਓ, ਨਾ ਕਿ ਇਹਨਾਂ ਦੀ ਗੱਲ ਸੁਣੋ ਕਿਸੇ ਨਾ ਕਿਸੇ ਰੂਪ 'ਚ। ਇਹਨਾਂ ਗੱਲਾਂ ਤੋਂ ਜਿੰਨਾ ਗੁਰੇਜ਼ ਹੋ ਜਾਏਗਾ ਓਨਾ ਸੌਖਾ ਕੰਮ ਹੈ। ਡੈਮੋਕ੍ਰੇਸੀ ਵੀ ਵਧੇਗੀ, ਤੁਹਾਡੇ ਤੇ ਭਰੋਸਾ ਵੀ ਵਧੇਗਾ, ਸਾਰੇ ਜਿਹੜੇ ਇਸ ਲੈਵਲ ਤੇ ਪੈਣਗੇ। ਤਾਂ ਅੱਜ ਲਈ ਇੰਨਾ ਹੀ, ਬਹੁਤ ਬਹੁਤ ਮਿਹਰਬਾਨੀ।